ਤੇ ਸਾਡੇ ਸਟੂਡੀਓ ਦੇ ਵਿੱਚ ਹਰ ਬੁੱਧਵਾਰ ਨੂੰ ਇੱਕ ਗੈਸਟ ਆਉਂਦੇ ਨੇ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ ਕਰੰਟਲੀ ਜਿਹੜੇ ਪੜ੍ਹ ਰਹੇ ਨੇ ਇਸ ਟਾਈਮ। ਉਹਨਾਂ ਨੂੰ ਇੱਥੇ ਬੁਲਾਉਣ ਦਾ ਮਕਸਦ ਇਹ ਆ ਕਿਉਂਕਿ ਉਹ ਬਹੁਤ ਕਲੋਜ਼ਲੀ ਹਰ ਇੱਕ ਸਿਚੁਏਸ਼ਨ ਨੂੰ ਸਮਝਦੇ ਆ, ਜਾਣਦੇ ਆ, ਉਹਨਾਂ ਦੇ ਨਾਲ ਹੋ ਰਹੀਆਂ ਨੇ, ਉਹ ਗੱਲਾਂ ਵਾਪਰ ਰਹੀਆਂ ਨੇ, ਇਸ ਕਰਕੇ ਉਹਨਾਂ ਤੋਂ ਬੈਟਰ ਮੈਨੂੰ ਲੱਗਦਾ ਆਪਾਂ ਨੂੰ ਹੋਰ ਕੋਈ ਨਹੀਂ ਦੱਸ ਸਕਦਾ ਉਹਨਾਂ ਬਾਰੇ। ਸਾਡੇ ਨਾਲ ਤਰਨਦੀਪ ਹਾਜ਼ਰ ਹੋਏ ਨੇ ਅੱਜ। ਇਹ ਵੀ ਇੱਕ ਸਟੂਡੈਂਟ ਨੇ, ਇੰਟਰਨੈਸ਼ਨਲ ਸਟੂਡੈਂਟ ਨੇ। ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੂੰਗੀ। ਸਤਿ ਸ਼੍ਰੀ ਅਕਾਲ ਤਰਨ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੇਰਾ ਨਾਮ ਤਰਨਦੀਪ ਸਿੰਘ ਹੈ ਤੇ ਮੈਂ ਥੈਂਕ ਯੂ ਕਰਦਾ ਮਾਈ ਰੇਡੀਓ ਵਾਲਿਆਂ ਦਾ ਅੱਜ ਮੈਨੂੰ ਇਨਵਾਈਟ ਕਰਨ ਲਈ ਇੱਥੇ। ਠੀਕ ਹੈ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋਗੇ ਕਿ ਤੁਸੀਂ ਕੀ ਪੜ੍ਹਾਈ ਕਰ ਰਹੇ ਹੋ? ਹਾਂਜੀ, ਮੈਂ ਐਨਰਜੀ ਮੈਨੇਜਮੈਂਟ ਦਾ ਸਟੱਡੀ ਕਰ ਰਿਹਾ ਨਾਰਥਵੈਸਟ ਕਾਲਜ ਦੇ ਵਿੱਚ, ਜਿਹੜੀ ਕਿ ਮੇਨਲੀ ਐਨਰਜੀ ਫੀਲਡਸ ਦੇ ਰਿਲੇਟਡ ਕੋਰਸ ਹੈਗਾ ਆ, ਵਿਚ ਇਜ਼ ਵਨ ਆਫ ਦਾ ਡਿਫਿਕਲਟ ਕੋਰਸ ਇਨ ਆਲ ਓਵਰ ਲਾਈਕ ਆਈਲ ਸੇ ਇਨ ਦਾ ਸਿਟੀ। ਯਾ ਤਰਨ, ਮੈਨੂੰ ਜਿੰਨਾ ਟਾਈਮ ਹੋ ਗਿਆ ਇੱਥੇ ਕੈਨੇਡਾ ਦੇ ਵਿੱਚ, ਮੈਂ ਆਪ ਖੁਦ ਇੱਕ ਇੰਟਰਨੈਸ਼ਨਲ ਸਟੂਡੈਂਟ ਰਹੀ ਹਾਂ। ਉਸ ਤੋਂ ਬਾਅਦ ਮੈਂ ਇੱਥੇ ਕੰਮ ਕਰਦੀ ਹਾਂ, ਬਹੁਤ ਲੋਕਾਂ ਨਾਲ ਸਾਡਾ ਗੱਲਬਾਤ ਕਰਨੀ ਹੁੰਦੀ ਆ। ਮੈਂ ਪਹਿਲੀ ਵਾਰ ਕੋਈ ਦੇਖਿਆ ਕਿ ਕੋਈ ਇੰਨਾ ਡਿਫਰੈਂਟ ਕੋਰਸ ਲੈ ਕੇ ਆਇਆ, ਸਪੈਸ਼ਲੀ ਫੀਲਡ ਦਾ ਕੋਰਸ ਹੈ ਜਿੱਥੇ ਹਾਰਡ ਵਰਕ ਤੇ ਫਿਜ਼ੀਕਲ ਵਰਕ ਦੋਨੇ ਚੀਜ਼ਾਂ ਹੀ ਬਹੁਤ ਨੇ, ਲਾਈਕ ਫਿਜ਼ੀਕਲ ਤੇ ਮੈਂਟਲ, ਆਈ ਮੀਨ ਟੂ ਸੇ ਨਾ। ਤਾਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਮੋਸਟ ਆਫ ਦਾ ਸਟੂਡੈਂਟਸ ਬਿਜ਼ਨਸ ਦੇ ਵਿੱਚ ਨੇ ਜਾਂ ਫਿਰ ਬਹੁਤ ਕਾਮਨ ਜੇ ਕੋਰਸਿਸ ਨੇ, ਉਹ ਪੜ੍ਹਾਈ ਕਰਦੇ ਨੇ, ਹਨਾ। ਤੁਹਾਡਾ ਜਿਹੜਾ ਇਹ ਕੋਰਸ ਹੈਗਾ, ਇਹ ਉਹਨਾਂ ਨਾਲੋਂ ਕਿੰਨਾ ਔਖਾ ਆ ਤੇ ਤੁਹਾਨੂੰ ਕਿੰਨਾ ਕੁ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਆ? ਹਾਂਜੀ, ਮੈਂ ਕਹੂੰਗਾ ਜੀ ਤੁਹਾਡੀ ਗੱਲ ਸਹੀ ਹੈ, ਟਰੂ ਹੈ। ਇਹਦੇ ਵਿੱਚ ਬਹੁਤ ਹੀ ਘੱਟ ਜਣੇ ਆਉਂਦੇ। ਆਈ ਵਿਲ ਸੇ ਕਿ ਸਾਡੇ ਕਾਲਜ ਆਲਮੋਸਟ 10,000 ਲੋਕ ਆ, ਸਟੂਡੈਂਟ ਆ, ਤੇ ਸਿਰਫ ਇਹਦੇ ਵਿੱਚ ਸਾਡੇ 20 ਜਾਂ 25 ਸਟੂਡੈਂਟ ਹੀ ਆ ਜਿਹੜੇ ਆਲ ਓਵਰ ਲਾਈਕ ਵਰਲਡ ਜਿਹੜੇ ਇਹਦੇ ਵਿੱਚ ਆਏ ਆ। ਮੈਂ ਕਹਿਣਾ ਚਾਹੂੰਗਾ ਇਹ ਕੋਰਸ ਦੇ ਵਿੱਚ ਜੇ ਤੁਸੀਂ ਮਤਲਬ ਸਕਸੀਡ ਕਰਨਾ ਆ ਤਾਂ ਤੁਹਾਡੀ ਰੈਗੂਲਰ ਅਟੈਂਡੈਂਸ ਜ਼ਰੂਰੀ ਆ, ਤੇ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਔਨ ਹੈਂਡ ਪ੍ਰੈਕਟਿਸਿਸ ਤੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੈਕਟੀਕਲ ਵਰਕ ਕਰਨਾ ਪੈਂਦਾ। ਮੈਂ ਕਹੂੰਗਾ ਲੋਕੀ ਜ਼ਿਆਦਾ ਬਿਜ਼ਨਸ ਦੇ ਵਿੱਚ ਤਾਂ ਆਉਂਦੇ ਆ ਕਿਉਂਕਿ ਮੋਸਟ ਆਫ ਦਾ ਸਟੂਡੈਂਟਸ, ਆਪਾਂ ਨੂੰ ਵੀ ਪਤਾ ਕਿ ਉਹਨਾਂ ਦਾ ਪਹਿਲਾ ਸਿਨੈਰੀਓ ਹੁੰਦਾ ਕਿ ਆਪਾਂ ਲਈਏ PR ਤੇ ਫਿਰ ਆਪਾਂ ਚੱਲੀਏ ਅਗਾਂਹ ਦੇ ਸਟੈਪਸ ਤੇ। ਪਰ ਮੇਰਾ ਮੋਟੋ ਆਇਆ ਸੀ ਕਿ ਮੈਂ ਦੇਖਣਾ ਚਾਹੁੰਦਾ ਸੀ, ਮੈਂ ਕਿਹਾ ਸਟੱਡੀ 'ਚ ਵੀ ਐਕਸਪਲੋਰ ਕਰੀਏ ਆਪਾਂ ਇੱਕ ਸਟੱਡੀ, ਕਿਉਂਕਿ PR ਤਾਂ ਦੇਖੋ ਸਾਰਿਆਂ ਨੂੰ ਪਤਾ ਕਿ ਅੱਜ ਨਹੀਂ ਤਾਂ ਕੱਲ ਤੁਸੀਂ ਸਟੂਡੈਂਟ ਵੀਜ਼ੇ ਤੇ ਆ ਰਹੇ ਹੋ, ਤੁਸੀਂ ਹੋ ਹੀ ਜਾਣਾ। ਤੁਹਾਨੂੰ ਆਪਦਾ ਲੰਬਾ ਫੋਕਸ ਰੱਖਣਾ ਚਾਹੀਦਾ ਕਿ ਆਫਟਰ PR ਆਪਾਂ ਦੇਖਦੇ ਹਾਂ ਮੋਸਟ ਆਫ ਦਾ ਲੋਕ ਕਹਿੰਦੇ ਕਿ ਅਸੀਂ ਟਰੱਕ ਤੇ ਚੱਲ ਜਾਣਾ ਜਾਂ ਕੁਛ ਕਰ ਲੈਣਾ, ਤਾਂ ਆਪਾਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਾਂ ਆਪਦੀ ਲਾਈਫ 'ਚ ਕੁਛ ਵੱਡਾ ਕਰੀਏ, ਵਧੀਆ ਕਰੀਏ, ਹੈ ਜੀ। ਤੇ ਤਾਂ ਕਰਕੇ ਮੇਰਾ ਆਹ ਸੀਗਾ। ਬਾਕੀ ਮੇਰੇ ਫਾਦਰ ਸਾਹਿਬ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਆ ਹਮੇਸ਼ਾ ਤੋਂ ਹੀ ਕਿ ਪੜ੍ਹਾਈ ਕਰਨ ਵਾਸਤੇ, ਈਵਨ ਤੱਕ ਕਿ ਉਹ ਇੱਥੇ ਵੀ ਜਦੋਂ ਮੈਂ ਆਇਆ ਕਿ ਮੈਂ ਤਾਂ ਉਹਨਾਂ ਨੂੰ ਝੂਠ ਹੀ ਬੋਲਦਾ ਰਹਿਣਾ ਕਿ ਮੈਂ ਘੱਟ ਵੱਧ ਕੰਮ ਕਰਦਾ, ਤੇ ਉਹਨਾਂ ਦਾ ਹਮੇਸ਼ਾ ਹੀ ਕੰਸਰਨ ਹੁੰਦਾ ਤੂੰ ਕੰਮ ਨਾ ਕਰ, ਤੇ ਉਹਨਾਂ ਨੇ ਪੜ੍ਹਾਈ ਵਾਸਤੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ। ਸਪੋਰਟ ਹੈਗੀ ਆ ਫੈਮਿਲੀ ਦੀ? ਹਾਂਜੀ, ਪੂਰੀ ਸਪੋਰਟ ਹੈ ਜੀ। ਤਰਨ, ਤੁਹਾਡੀ ਉਮਰ ਕਿੰਨੀ ਆ? ਉਮਰ ਤਾਂ ਥੋੜੀ ਹੋਈ ਹੈ ਜੀ, 19 ਸਾਲ। ਮਤਲਬ ਮੈਂ ਸੋਚ ਰਹੀ ਹਾਂ ਵੀ ਇੰਨੀ ਛੋਟੀ ਉਮਰ 'ਚ ਤੁਸੀਂ ਬੜੀਆਂ ਸਿਆਣੀਆਂ ਗੱਲਾਂ ਕਰ ਰਹੇ ਹੋ। ਸਾਰੇ ਕਹਿੰਦੇ ਆ ਜੀ। ਇਹਦੇ ਪਿੱਛੇ ਕੀ ਕਾਰਨ ਹੈ? ਫੈਮਿਲੀ ਸਰਕਮਸਟੈਂਸਸ ਕਹੋਗੇ ਜਾਂ ਫਿਰ ਐਕਸਟਰਾ ਆਰਡੀਨਰੀ ਕੋਈ? ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਜੀ, ਬੰਦੇ ਸਾਰੇ ਧੱਕੇ ਖਾ ਹੀ ਸਿੱਖਦੇ ਆ ਜੀ, ਮੈਂ ਕਹੂੰਗਾ, ਹਨਾ। ਮੈਂ ਵੀ ਬਾਕੀਆਂ ਵਰਗਾ ਹੀ ਹੈਗਾ ਆ ਤੇ ਹੁੰਦਾ ਹੀ ਸੀਗਾ ਕਿ ਜਿਵੇਂ ਦੋਸਤਾਂ ਬੇਲੀਆਂ ਨਾਲ ਬਸ ਉਹੀ ਕੁਛ ਕਰਨਾ। ਆਈ ਥਿੰਕ 15-16 ਸਾਲ ਦਾ ਸੀਗਾ ਕਿ ਕਾਫੀ ਚੀਜ਼ਾਂ ਦੇਖੀਆਂ, ਹਨਾ, ਕਿ ਜਦੋਂ ਜ਼ਿੰਦਗੀ ਦੀ ਰਿਐਲਿਟੀ ਪਤਾ ਲੱਗਣ ਲੱਗੀ, ਹਨਾ, ਕੀ ਕੁਛ ਆ। ਆਪਾਂ ਨੂੰ ਵੀ ਪਤਾ ਇੱਥੇ ਸਾਰੇ ਲੋਕੀ ਇੱਕ ਫੇਕ ਮਾਸਕ ਲੈ ਕੇ ਚੱਲਦੇ ਆ, ਹਨਾ, ਬਹੁਤ ਫੇਕ ਦੁਨੀਆ ਆ। ਆਪਣੇ ਲੋਕਾਂ ਦੇ ਜਦੋਂ ਧੱਕੇ ਖਾਦੇ, ਹਨਾ, ਬਹੁਤ ਜ਼ਿਆਦਾ ਦਿਲ ਟੁੱਟੇ, ਹਨਾ। ਮੈਂ ਕਹਿ ਸਕੂੰ ਸਰਕਮਸਟੈਂਸਿਸ ਦੀ ਦੇਣੀ ਆ ਸਾਰੀ, ਥੋੜਾ ਸੀਰੀਅਸ ਹੋ ਗਏ ਫਿਰ ਲਾਈਫ 'ਚ। ਸੀਰੀਅਸ ਹੋ ਗਏ? ਨਹੀਂ, ਇਹ ਬਹੁਤ ਚੰਗੀ ਗੱਲ ਹੈ ਕਿ ਸਮੇਂ ਸਿਰ ਤੁਸੀਂ ਸਮਝ ਗਏ ਵੀ ਅੱਗੇ ਲੌਂਗ ਟਰਮ ਪਲਾਨਸ ਤੇ ਗੋਲਸ ਲੈ ਕੇ ਚੱਲਣਾ ਚਾਹੀਦਾ। ਮੈਂ ਅਕਸਰ ਇਹੀ ਗੱਲ ਕਰਦੀ ਹੁੰਦੀ ਹਾਂ ਕਿ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਜਦੋਂ ਕੈਨੇਡਾ ਆ ਜਾਂਦੇ ਹਾਂ 4-5 ਸਾਲ ਤਾਂ ਆਪਾਂ ਨੂੰ ਲੱਗਦਾ ਕਿ ਹਜੇ ਤਾਂ ਸਿਰਫ ਘੁੰਮਣਾ ਫਿਰਨਾ, PR ਤੱਕ ਮਤਲਬ ਹੈ। ਉਸ ਤੋਂ ਬਾਅਦ ਵੇਖਾਂਗੇ ਵੀ ਜੇ ਕੋਈ ਇੱਕ ਪ੍ਰੋਫੈਸ਼ਨ ਦੇ ਵਿੱਚ ਜਾਣਾ, ਅਦਰਵਾਈਜ਼ ਨਹੀਂ। ਫਿਰ ਕੁਛ ਕੁ ਕਾਮਨ ਜਿਹੜੇ ਕੰਮ ਹੈ ਉਹ ਤਾਂ ਫਿਰ ਆਪਾਂ ਕਰ ਹੀ ਲੈਣੇ ਆ। ਨਹੀਂ ਜੀ, ਇੱਕ ਦਿਨ ਇੰਪੋਰਟੈਂਟ ਆ। ਇੱਕ ਦਿਨ ਵੀ ਖਰਾਬ ਹੁੰਦਾ ਤਾਂ ਉਹ ਤੁਹਾਨੂੰ ਬਹੁਤ ਪਿੱਛੇ ਲੈ ਕੇ ਜਾਂਦਾ। ਜੇ ਉਹਨੂੰ ਤੁਸੀਂ ਪ੍ਰੋਡਕਟਿਵ ਵੇ 'ਚ ਲਾਤਾ, ਚਾਹੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਜੇ ਤੁਸੀਂ ਡੇਲੀ ਵਿੱਚ ਕੋਈ ਨਵੀਂ ਚੀਜ਼ ਸਿੱਖ ਰਹੇ ਹੋ ਜਾਂ ਆਪਣਾ 100% ਦੇ ਰਹੇ ਹੋ, ਡੈਫੀਨੇਟਲੀ ਯੂ ਵਿਲ ਗਰੋ, ਲਾਈਕ ਤੁਸੀਂ ਹਰ ਦਿਨ ਗਰੋ ਕਰਦੇ ਹੋ। ਜੇ ਆਹੀ ਆਪਾਂ 4-5 ਸਾਲ ਵਾਲਾ ਸਿਨੈਰੀਓ ਦੇਖ ਲਈਏ, ਉਸ ਤੋਂ ਬਾਅਦ ਬੰਦਾ ਫੇਰ 0 ਤੋਂ ਸਟਾਰਟ ਕਰਦਾ ਵੀ ਹੁਣ ਕੀ ਕਰੀਏ ਅੱਗੇ ਜਾ ਕੇ, ਤੇ ਉਸ ਟਾਈਮ ਤੱਕ ਬੰਦੇ ਦੀ ਏਜ ਤੇ ਰਿਸਪੌਂਸਿਬਿਲਿਟੀਜ਼ ਵੀ ਇੰਨੀਆਂ ਆ ਜਾਂਦੀਆਂ। ਆਈ ਥਿੰਕ ਕਿ ਉਸ ਟਾਈਮ ਫਿਰ ਕੁਛ ਬੰਦਾ ਸ਼ਾਰਟ ਟਰਮ ਹੀ ਫੜ ਲੈਂਦਾ ਕਿ ਚਲੋ ਆਹ ਮੇਰਾ ਸੌਖਾ ਹੋ ਜੂ, ਇੱਧਰ ਚੱਲ ਜਾਂਦੇ ਆ। ਤਰਨ, ਤੁਸੀਂ ਹੁਣ ਇੱਥੇ ਫਿਲਹਾਲ ਕਿਸੇ ਫੈਮਿਲੀ ਨਾਲ ਰਹਿ ਰਹੇ ਹੋ ਜਾਂ ਫਿਰ ਤੁਸੀਂ ਬॉयਜ਼ ਦੇ ਵਿੱਚ ਫਰੈਂਡਸ ਸਰਕਲ ਦੇ ਵਿੱਚ ਰਹਿੰਦੇ ਹੋ? ਐਕਚੁਅਲੀ ਜਿਵੇਂ ਮੈਂ ਦੱਸਿਆ ਕਿ ਮੇਰੇ ਇੱਥੇ ਮਾਮਾ ਜੀ ਰਹਿੰਦੇ ਆ। ਵੈਸੇ ਮੇਰੀ ਇੱਥੇ ਪੂਰੀ ਫੈਮਿਲੀ ਹੈਗੀ, ਮੈਂ ਫੈਮਿਲੀ ਨਾਲ ਰਹਿਣਾ।
ਪਰ ਮੇਰਾ ਸਰਕਲ ਕਾਫੀ ਵੱਡਾ ਇੱਥੇ, ਉਹ ਆਈ ਮੀਨ ਆਲ ਓਵਰ ਕੈਨੇਡਾ ਹੀ, ਜਿਵੇਂ ਮੈਂ ਆਉਣਾ ਜਾਣਾ ਰਹਿਣਾ ਟੋਰਾਂਟੋ, ਵੈਂਕੂਵਰ ਤੇ ਵਿਨੀਪੈਗ, ਮੇਰੇ ਖਾਸ ਯਾਰ ਬੇਲੀ ਹੈਗੇ ਆ, ਤੇ ਇੱਥੇ ਐਡਮਿੰਟਨ ਚ ਵੀ। ਤਾਂ ਕਰਕੇ ਮੁੰਡਿਆਂ ਦੀ ਲਾਈਫ ਵੀ ਬਹੁਤ ਨੇੜਿਓਂ ਦੇਖੀ ਦੀ ਹੈ, ਕਿਵੇਂ ਰਹਿਣਾ ਸਹਿਣਾ, ਕਿਉਂਕਿ ਬॉयਜ਼ ਨਾਲ ਵੀ ਅਸੀਂ ਮਤਲਬ ਹੁਣ ਕੱਲ ਰਾਤ ਮੇਰਾ ਬਰਥਡੇ ਸੀ, ਮੈਂ ਫਰੈਂਡਸ ਦੇ ਨਾਲ ਹੀ ਸੀਗਾ, ਤਾਂ ਕਰਕੇ ਹੈਪੀ ਬਰਥਡੇ। ਥੈਂਕ ਯੂ। ਅੱਛਾ ਠੀਕ ਹੈ, ਮਤਲਬ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਅੱਜ ਕੱਲ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਖਾਸ ਕਰਕੇ, ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਵੀ ਸ਼ਾਇਦ ਕਲੋਜ਼ਲੀ ਦੇਖਿਆ ਹੋਵੇ, ਹਾਂਜੀ, ਹਾਂਜੀ। ਮੈਨੂੰ ਲੱਗਦਾ ਆ, ਕਿਉਂਕਿ ਮੁੰਡਿਆਂ ਦੇ ਵਿੱਚ ਰਹਿੰਦੇ ਹੋ ਹਾਂਜੀ ਹਨਾ। ਕਦੇ ਫਰੈਂਡ ਸਰਕਲ ਦੇ ਵਿੱਚ ਹੋਇਆ ਜਿਹੜੀਆਂ ਮੈਂ ਗੱਲ ਕਰੂੰਗੀ ਕਰੰਟ ਸਿਨੈਰੀਓਸ ਦੇ ਵਿੱਚ ਅੱਜ ਹੀ, ਮਤਲਬ ਜਦੋਂ ਵੀ ਮੈਂ ਹਰ ਬੁੱਧਵਾਰ ਪ੍ਰੋਗਰਾਮ ਕਰਨਾ ਹੁੰਦਾ ਉਸ ਤੋਂ ਪਹਿਲਾਂ ਇੱਕ ਦੋ ਵਾਰ ਜ਼ਰੂਰ ਇਹ ਖਬਰ ਆ ਜਾਂਦੀ ਹੈ ਜੀ ਕਿ 17 ਸਾਲ ਦੇ ਮੁੰਡੇ ਦੀ ਡੈਥ ਹੋ ਗਈ ਆ, 19 ਸਾਲ ਦੇ ਮੁੰਡੇ ਦੀ ਡੈਥ ਹੋ ਗਈ ਆ। ਇਹ ਚੀਜ਼ਾਂ ਦੇਖਣ ਨੂੰ ਮਿਲੀਆਂ। ਹਾਰਟ ਅਟੈਕ ਵਨ ਆਫ ਦਾ ਮੇਨ ਰੀਜ਼ਨ ਜਿਹਦੇ ਵਿੱਚ ਦੱਸਿਆ ਜਾਂਦਾ ਹੈ। ਤੁਸੀਂ ਇਹ ਵੀ ਖਬਰਾਂ ਸੁਣੀਆਂ ਹੋਣੀਆਂ। ਕਿਤੇ ਆਸੇ-ਪਾਸੇ ਨੇੜੇ ਤੇੜੇ ਰਹਿੰਦੇ ਫਰੈਂਡ ਸਰਕਲ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ? ਹਾਂਜੀ, ਤੁਸੀਂ ਬਹੁਤ ਮਤਲਬ ਮੇਨ ਟੌਪਿਕ ਚੁਣਿਆ ਜੀ। ਆਹ ਮੈਂ ਕਹੂੰਗਾ ਆਹ ਬਿਲਕੁਲ ਸਹੀ ਗੱਲ ਹੈ ਜੀ, ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ। ਆਹ ਮੈਂ ਦੂਰ ਦੀ ਗੱਲ ਨਹੀਂ ਕਰੂੰਗਾ, ਮੈਂ ਐਡਮਿੰਟਨ ਦੀ ਗੱਲ ਨਹੀਂ ਕਰੂੰਗਾ, ਮੈਂ ਆਪਣੇ ਵਾਕਰ ਦੀ ਗੱਲ ਕਰਦਾ। ਲਾਸਟ ਮੰਥ ਮੇਰਾ ਫਰੈਂਡ ਆਇਆ ਸੀਗਾ ਇੱਥੇ ਵਾਕਰ ਦੇ ਵਿੱਚ, ਵਾਕਰ ਲੇਕ ਹਾਂਜੀ ਇੱਥੇ ਹੀ ਆਇਆ ਸੀਗਾ ਐਸ ਪਲਾਜ਼ਾ ਪਿੱਛੇ ਹੀ, ਤੇ ਉਹਦਾ ਅੱਜ ਜਿਵੇਂ ਆਇਆ ਤੇ ਨੈਕਸਟ ਡੇ ਉੱਠ ਨਹੀਂ ਪਾਇਆ ਤੇ ਉਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ। ਦੈਟ ਵਾਜ਼ ਕੰਪਲੀਟਲੀ ਸ਼ੌਕਿੰਗ ਟੂ ਮੀ, ਬਿਕੋਜ਼ ਲੋਕੀ ਕਹਿੰਦੇ ਆ ਕਿ ਲੋਕੀ ਨਸ਼ੇ ਕਰਦੇ ਆ ਬॉयਜ਼, ਹਨਾ ਆ ਮਤਲਬ ਸਾਰਾ ਸਟਫ ਕਰਦੇ ਆ, ਤਾਂ ਕਰਕੇ ਉਹਨਾਂ ਦਾ ਸਾਰਾ ਕੁਝ ਹੋ ਰਿਹਾ। ਪਰ ਉਸ ਬੱਚੇ ਦਾ ਕੀ ਕਸੂਰ ਸੀਗਾ ਕਿ ਉਹ ਜਿਵੇਂ ਪਹਿਲੇ ਦਿਨ ਆਇਆ ਤੇ ਉਹਦਾ ਹਾਰਟ ਅਟੈਕ ਹੋ ਗਿਆ। ਪਰ ਇਹ ਜਿਵੇਂ ਬਹੁਤ ਹੀ ਸਟ੍ਰੇਂਜ ਨਿਊਜ਼ ਹੈ। ਸਟ੍ਰੇਂਜ ਨਿਊਜ਼ ਆ। ਬਾਕੀ ਇਦਾਂ ਵੀ ਹੈਗਾ ਕਿ ਇੱਕ ਦਿਨ ਹੋਇਆ ਤੇ ਮੇਰੇ ਫਰੈਂਡ ਸਰਕਲ ਦੇ ਵਿੱਚ ਹੀ, ਮੈਂ ਇਦਾਂ ਜਨਰਲ ਗੱਲ ਨਹੀਂ ਕਰੂੰਗਾ, 2 ਜਾਂ 3 ਮੌਤਾਂ ਹੋਰ ਆ ਜਿਹੜੀਆਂ ਕਿ ਹੋਈਆਂ ਆ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਹਾਂਜੀ, ਜਿਨ੍ਹਾਂ ਨੂੰ ਮੈਂ ਜਾਣਦਾ ਸੀ। ਤੇ ਮੇਰਾ ਫਰੈਂਡ ਆ, ਉਹ ਅਕਾਊਂਟ ਮੈਨੇਜਰ ਆ ਨਾਰਥ ਵੈਸਟ ਕਾਲਜ ਦੇ ਵਿੱਚ, ਮੈਂ ਆਕਾਸ਼, ਤੇ ਉਹ ਜਿਵੇਂ ਡੇਲੀ ਸਾਨੂੰ ਦੱਸਦਾ ਹੁੰਦਾ ਕਿ ਕਿੰਨੀਆਂ ਫੀਸ ਰਿਫੰਡ ਕਰਦਾ ਉਹ। ਹੁਣ ਸਾਡੇ ਕੋਲ ਸਾਰਾ ਡਾਟਾ ਆ ਜਾਂਦਾ ਕਿ ਜਿਵੇਂ ਕਿੰਨੇ ਬੱਚਿਆਂ ਦੀ ਡੈਥ ਹੁੰਦੀ ਆ ਔਨ ਐਵਰੇਜ, ਕਿ ਹਰ ਵੀਕ 2 ਜਾਂ 3 ਬੱਚਿਆਂ ਦੀ ਫੀਸ ਰਿਫੰਡ ਕੀਤੀ ਜਾਂਦੀ। ਜਿਹੜਾ ਦੇ ਇੰਟਰਨੈਸ਼ਨਲ ਸਟੂਡੈਂਟ ਹਜੇ ਆਏ ਹੁੰਦੇ ਆ, ਉਹਨਾਂ ਦੀ ਫੀਸ ਵੀ ਹਜੇ ਪਈ ਹੁੰਦੀ ਪੈਂਡਿੰਗ ਕਾਲਜ 'ਚ, ਉਹਨਾਂ ਨੇ ਭਰੀ ਹੁੰਦੀ, ਉਹਦਾ ਹਜੇ ਪੜ੍ਹੇ ਵੀ ਨਹੀਂ ਹੁੰਦੇ ਆ ਕੇ, ਤੇ ਉਹਨਾਂ ਦੀ ਫੀਸ ਰਿਫੰਡ ਕਰਨੀ ਪੈਂਦੀ ਹੈ ਸਾਨੂੰ। ਬਾਕੀ ਤੁਸੀਂ ਦੇਖ ਲਓ, ਇੱਕ ਕਾਲਜ ਦਾ ਜੇ ਆਹ ਸੀਨ ਆ ਤਾਂ ਪੂਰੇ ਸ਼ਹਿਰ ਦਾ ਕੀ ਸੀਨ ਹੋਊਗਾ, ਸਟੇਟ ਐਂਡ ਦੈਨ ਆਲ ਕੰਟਰੀ। ਤੇ ਇਹ ਹਰ ਇੱਕ ਹਫਤੇ ਦੇ ਵਿੱਚ ਹੋ ਰਿਹਾ? ਹਾਂਜੀ, ਡੈਫੀਨੇਟਲੀ। ਤਰਨ, ਤੁਸੀਂ ਦੱਸਿਆ ਕਿ ਜਿਹੜੇ ਤੁਹਾਡੇ ਦੋਸਤ ਇੱਥੇ ਵਾਕਰ ਲੇਕ ਆਪਣੇ ਹੀ ਪਲਾਜ਼ੇ ਦੇ ਵਿੱਚ ਰਹਿੰਦੇ ਸੀ, ਇੱਕ ਦਿਨ ਪਹਿਲਾਂ ਆਏ ਤੇ ਅਗਲੇ ਦਿਨ ਉਹਨਾਂ ਦੀ ਹਾਰਟ ਅਟੈਕ ਕਰਕੇ ਡੈਥ ਹੋ ਗਈ। ਹਾਂਜੀ, ਤੁਹਾਨੂੰ ਕੀ ਲੱਗਦਾ ਇਹਦਾ ਕੀ ਕਾਰਨ ਕੀ ਹੋ ਸਕਦਾ ਇਹਦਾ? ਇੱਦਾਂ ਜੀ, ਮੈਂ ਸਭ ਤੋਂ ਜ਼ਿਆਦਾ ਮੇਨ ਫੋਕਸ ਜਿਹੜਾ ਇਹਦਾ ਹੈਗਾ ਕਾਰਨ ਹੈਗਾ ਇਹਨਾਂ ਚੀਜ਼ਾਂ ਦਾ, ਮੇਰੇ ਹਿਸਾਬ ਨਾਲ ਸਟ੍ਰੈਸ, ਡੈਫੀਨੇਟਲੀ ਸਟ੍ਰੈਸ ਹੈਗਾ ਆ। ਉਸ ਤੋਂ ਬਾਅਦ ਜਿਹੜੀ ਇੱਕ ਬੰਦੇ ਦੇ ਬੈਕ ਆਫ ਦਾ ਮਾਈਂਡ ਟੈਨਸ਼ਨ ਚੱਲਦੀ ਹੁੰਦੀ ਹੈ, ਬਿਕੋਜ਼ ਉਹ ਜਿਵੇਂ ਬੰਦਾ ਹੁਣ ਇੱਥੇ ਆਇਆ, ਉਹ 20-25 ਲੱਖ ਪਿੱਛੋਂ ਆਪਦਾ ਕਰਜ਼ਾ ਲੈ ਕੇ ਵੀ ਆਇਆ, ਠੀਕ ਹੈ। ਉਹਨੂੰ ਆਉਂਦੇ ਸਾਰ ਇੱਥੇ ਆ ਵੀ ਟੈਨਸ਼ਨ ਹੈ ਜੀ, ਮੈਂ ਕੰਮ ਲੱਭਣਾ ਆ ਤੇ ਮੇਰੀ ਸਟੱਡੀਜ਼ ਆ, ਤੇ ਹੋਰ ਉਹਨੂੰ ਜਿੱਦਾਂ ਉਸ ਬੱਚੇ ਦੇ ਮੈਂ ਕਹੂੰਗਾ ਸਟ੍ਰੈਸ ਸੀਗਾ ਬਹੁਤ ਜ਼ਿਆਦਾ, ਤੇ ਜਿਹਦੇ ਕਰਕੇ ਆਈ ਥਿੰਕ ਆ ਹੋਇਆ ਆਹ ਸੀਨ ਉਹਦੇ ਨਾਲ। ਤੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਹੋਰ 2-3 ਇਹੋ ਜਿਹੇ ਸਿਨੈਰੀਓ ਸੀਗੇ, ਉਹ ਇੰਟਰਨੈਸ਼ਨਲ ਸਟੂਡੈਂਟ ਹੀ ਸੀਗੇ ਸੇਮ ਹੀ? ਹਾਂਜੀ, ਇੰਟਰਨੈਸ਼ਨਲ ਸਟੂਡੈਂਟ ਹੀ ਸੀਗੇ। ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜੀਆਂ ਡੈਥਸ ਆ ਕਿਉਂ ਹੋ ਰਹੀਆਂ ਸਭ ਤੋਂ ਜ਼ਿਆਦਾ, ਬਿਕੋਜ਼ ਇੱਥੇ ਆਉਣ ਤੋਂ ਬਾਅਦ ਤੇ ਜਦੋਂ ਤੁਸੀਂ ਇੱਥੇ ਦੀ ਹਸਲ ਐਂਡ ਬਸਲ 'ਚ ਪੈ ਜਾਂਦੇ ਹੋ, ਲਾਈਫ ਸਟਾਈਲ 'ਚ ਪੈ ਜਾਂਦੇ ਹੋ, ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਇੰਟਰਨੈਸ਼ਨਲ ਸਟੂਡੈਂਟ ਡਜ਼ਨਟ ਡੂ ਅ ਸਿੰਗਲ ਜੌਬ। ਉਹ ਸਿਰਫ ਇੱਕ ਕੰਮ ਨਹੀਂ ਕਰਦੇ, ਉਹ ਡਬਲ ਸ਼ਿਫਟਾਂ ਕਰਦੇ ਆ। ਉਸ ਤੋਂ ਬਾਅਦ ਰਾਈਟ ਅਵੇ ਕਾਲਜ, ਜੇ ਮੈਂ ਸ਼ਡਿਊਲ ਦੱਸਾਂ, ਸਵੇਰੇ ਕਾਲਜ, ਸ਼ਾਮ ਨੂੰ ਇੱਕ ਜਗ੍ਹਾ ਕੰਮ, ਓਵਰਨਾਈਟ ਕਿਤੇ ਹੋਰ ਕੰਮ, ਫਿਰ ਅਗਲੇ ਦਿਨ ਸਵੇਰੇ ਕਾਲਜ। ਜੇ ਕਿਤੇ ਨੀਂਦ ਲੈਣੀ ਆ ਤੇ 1-2 ਘੰਟੇ ਬੱਸਾਂ 'ਚ, 1-2 ਘੰਟੇ ਬੱਸਾਂ 'ਚ, ਜਾਂ ਫਿਰ ਕਿਤੇ 1-2 ਘੰਟੇ ਕੰਮ ਤੇ ਜਾਂ ਕਾਲਜ ਤੇ। ਓਵਰਆਲ 3-3 4-4 ਘੰਟੇ ਸਟੂਡੈਂਟਸ ਹੋ ਕੇ ਕੰਮ ਕਰ ਰਿਹਾ ਰੈਗੂਲਰ। ਆਈ ਵਿਲ ਨਾਟ ਟਾਕ ਓਨਲੀ ਅਬਾਊਟ ਬॉयਜ਼, ਗਰਲਸ ਐਜ਼ ਵੈਲ, ਦੇ ਆਰ all suffering from like very stress। ਤਾਂ ਕਰਕੇ ਆਹ ਚੀਜ਼ ਦੇ ਕਾਰਨ ਆਪਾਂ ਨੂੰ ਵੀ ਪਤਾ ਆਪਣੀ ਬੋਡੀ ਕਿੰਨਾ ਕੁ ਕੈਪੇਬਲ ਆ ਕੋਈ ਵੀ ਕੰਮ ਕਰਨ ਦੇ। ਜਦੋਂ ਤੁਸੀਂ ਸਲੀਪ ਨਹੀਂ ਲਓਗੇ, ਤੁਹਾਡਾ ਹਾਰਮੋਨ ਡਿਸਬੈਲੈਂਸ ਆਟੋਮੈਟਿਕਲੀ ਹੋਣੇ ਹੀ ਹੋਣੇ ਆ ਉਹ। ਤਾਂ ਕਰਕੇ ਉਹਦੇ ਕਰਕੇ ਆਪਣੇ ਹਾਈ ਬਲੱਡ ਪ੍ਰੈਸ਼ਰ ਹੋਣਾ, ਤਾਂ ਕਰਕੇ ਹਾਰਟ ਅਟੈਕ ਸਭ ਤੋਂ ਜ਼ਿਆਦਾ ਮੇਨ ਕਾਰਨ ਮੇਰੇ ਹਿਸਾਬ ਨਾਲ ਇਸ ਚੀਜ਼ ਦਾ ਆ, ਕਿਉਂਕਿ ਉਹਨਾਂ ਦੇ ਲਾਈਫ ਸਟਾਈਲ ਆਪਦੀ ਕੇਅਰ ਨਹੀਂ ਕਰ ਪਾ ਰਹੇ ਪ੍ਰੋਪਰ, ਅਤੇ ਉਹਨਾਂ ਦੀ ਇੱਥੇ ਕੇਅਰ ਕਰਨ ਵਾਲਾ ਵੀ ਕੋਈ ਨਹੀਂ, ਬਿਕੋਜ਼ ਪੇਰੈਂਟਸ ਬੈਠੇ ਆ ਇੰਡੀਆ ਤੇ ਉਹਨਾਂ ਦੇ ਹੱਥ ਉਹਨਾਂ ਨੂੰ ਦੱਸਦੇ ਨਹੀਂ। ਉਹ ਵੈਸੇ ਵੀ ਪੇਰੈਂਟਸ ਨੂੰ ਦੱਸਦੇ ਨਹੀਂ ਕਿ ਅਸੀਂ ਕਿੰਨਾ ਹਾਰਡ ਟਾਈਮ 'ਚੋਂ ਜਾ ਰਹੇ ਹਾਂ ਇੱਥੇ, ਤੇ ਹੋਰ ਉਹਨਾਂ ਦੀ ਕੇਅਰ ਕਰਨ ਵਾਲਾ ਵੀ ਕੋਈ ਨਹੀਂ। ਵੱਧ ਤੋਂ ਵੱਧ ਕੋਈ ਲੱਕੀ ਹੋਊਗਾ ਜੇ ਕੋਈ 1 ਜਾਂ 2 ਚੰਗੇ ਫਰੈਂਡ ਮਿਲ ਜਾਂਦੇ, ਹਨਾ ਜੀ। ਤਾਂ ਕਰਕੇ ਇਹ ਬਹੁਤ ਮੇਨ ਕਾਰਨ ਆ ਡੈਥਸ ਦਾ। ਜਦੋਂ
ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਕਲਾਸ ਦੇ ਵਿੱਚ ਪੜ੍ਹ ਰਹੇ ਹੋ, ਪੜ੍ਹਾਈ ਕਰ ਰਹੇ ਹੋ, ਹਾਂਜੀ। ਤੁਸੀਂ ਸਾਰਿਆਂ ਨਾਲ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਦੇ ਹੋ, ਹਾਂਜੀ। ਮੈਂ ਸਮਝਦੀ ਹਾਂ। ਹਾਂਜੀ ਥੋੜੀ ਜਿਹੀ ਵੀ ਗੱਲ ਹੋ ਜਾਏ ਆਪਾਂ ਪੇਰੈਂਟਸ ਨੂੰ ਨਹੀਂ ਦੱਸਦੇ, ਹਾਂਜੀ ਹਾਂਜੀ ਯਾਰਾਂ ਮਿੱਤਰਾਂ ਨੂੰ, ਦੋਸਤਾਂ ਨੂੰ ਦੱਸਦੇ ਆ ਬਿਲਕੁਲ। ਉੱਥੇ ਜਾ ਕੇ। ਹਾਂਜੀ। ਤੁਹਾਨੂੰ ਕਿਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਕਿਹੋ ਜਿਹੀਆਂ ਪ੍ਰੋਬਲਮਸ ਸੁਣਨ ਨੂੰ ਮਿਲਦੀਆਂ ਕੁੜੀਆਂ ਦੀਆਂ, ਮੁੰਡਿਆਂ ਦੀਆਂ, ਜਿਹੜੀਆਂ ਤੁਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੋ? ਬੇਸਿਕਲੀ ਹੁਣ ਜੇ ਮੈਂ ਗੱਲ ਕਰਾਂ ਹਨਾ, ਸਾਰੇ ਜਣੇ ਕਹਿ ਦਿੰਦੇ ਕਿ ਚਲੋ ਕੁੜੀਆਂ ਬਾਹਰ ਜਾ ਕੇ ਬਹੁਤ ਕੁੜੀਆਂ ਗਲਤ ਹੋ ਜਾਂਦੀਆਂ ਜਾਂ ਇਹ ਹੈ ਉਹ ਆ, ਪਰ ਮੈਨੂੰ ਇੱਕ ਬਹੁਤ ਦਿਲ ਤੇ ਲੱਗਦੀ ਹੁੰਦੀ ਹੈ ਗੱਲ ਜਿਹੜੀ ਮੈਂ ਫੇਸ ਕਰਦਾ ਆ, ਕਿਉਂਕਿ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਹੈਗੀਆਂ। ਤੇ ਮੋਸਟਲੀ ਹੁਣ ਜਿਹੜਾ ਕੁੜੀਆਂ ਨੂੰ ਫੇਸ ਕਰਨਾ ਪੈਂਦਾ, ਇੱਕ ਤਾਂ ਉਹ ਦੂਰ ਆਉਂਦੀਆਂ ਘਰੋਂ, ਕਈ ਕੁੜੀਆਂ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਕਦੇ ਮਾਪਿਓ ਨੇ ਕੱਲੀਆਂ ਸਿਟੀ 'ਚ ਵੀ ਨਹੀਂ ਕੱਲੀਆਂ ਹੁੰਦੀਆਂ, ਛੋਟੇ ਬਾਜ਼ਾਰ ਦੇ ਵਿੱਚ ਵੀ, ਤੇ ਉਹਨਾਂ ਨੂੰ ਵੀ ਇੱਥੇ ਆ ਕੇ ਜਮਾਂ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ। ਦੇ ਡੋਨਟ ਨੋ ਐਨੀਬਡੀ। ਬॉयਜ਼ ਦਾ ਫੇਰ ਇੱਕ ਮੈਂ ਕਹਾਂ ਐਕਸਪੋਜ਼ਰ ਜ਼ਿਆਦਾ ਹੁੰਦਾ ਦੁਨੀਆ ਨਾਲ, ਉਹ ਬੋਲ ਚਾਲ ਲੈਂਦੇ ਆ, ਠੀਕ ਹੈ, ਤੇ ਬॉयਜ਼ ਕੋ ਆਪਸ਼ਨ ਵੀ ਜ਼ਿਆਦਾ ਹੁੰਦੇ ਕੰਮ ਕਰਨ ਦੇ ਐਜ਼ ਕੰਪੇਅਰ ਟੂ ਗਰਲਸ। ਤਾਂ ਮੈਂ ਕਹੂੰਗਾ ਕਿਤੇ ਨਾ ਕਿਤੇ ਗਰਲਸ ਨੂੰ ਬਹੁਤ ਇਹੋ ਜਿਹੀ ਚੀਜ਼ਾਂ ਦਾ ਇੱਥੇ ਸਹਿਣੀਆਂ ਪੈਂਦੀਆਂ, ਜਿਵੇਂ ਕਿ ਹੁਣ ਟੀਜ਼ਿੰਗ ਹੋ ਗਈ ਜਾਂ ਕੁਝ ਵੀ ਹੋ ਗਿਆ ਹਨਾ, ਤੇ ਇਹਨਾਂ ਚੀਜ਼ਾਂ ਦਾ ਉਹ ਬਹੁਤ ਸ਼ਿਕਾਰ ਬਣਦੀਆਂ। ਤੇ ਬਹੁਤ ਕੁੜੀਆਂ ਮੈਂ ਦੇਖੀਆਂ ਜਿਹੜੀਆਂ ਇਹਨਾਂ ਚੀਜ਼ਾਂ ਦੇ ਸਟ੍ਰੈਸ ਦੇ ਵਿੱਚ ਰਹਿੰਦੀਆਂ ਕਿ ਹਨਾ, ਕਿ ਇਹ ਹਾਲਾਂਕਿ ਕੋਈ ਸਟ੍ਰੈਸ ਲੈਣ ਵਾਲੀ ਗੱਲ ਹੈ ਹੀ ਨਹੀਂ ਇਹ, ਪਰ ਫਿਰ ਵੀ ਮਤਲਬ ਉਹਨਾਂ ਨੂੰ ਜਾਣ ਪੁੱਛ ਕੇ ਇਸ ਚੀਜ਼ 'ਚ ਪਾਇਆ ਜਾਂਦਾ। ਲਾਈਕ ਐਜ਼ ਅ ਬॉयਜ਼ ਵੀ ਕੈਨਟ ਲਾਈਕ ਅੰਡਰਸਟੈਂਡ ਦੈਟ ਸਿਚੁਏਸ਼ਨ, ਕਿ ਉਹ ਕਿਹੜੀ ਸਿਚੁਏਸ਼ਨ 'ਚ ਜਾਂਦੀਆਂ, ਕਿ ਬੇਫਾਲਤੂ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ। ਤੇ ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ ਜਿਵੇਂ ਫਰੈਂਡ ਸਰਕਲ ਵਿੱਚ ਸਾਡੇ ਕੋਲ ਵੀ ਆਉਂਦੀਆਂ ਗੱਲ, ਪਰ ਇਹ ਕਾਫੀ ਸੈਂਸਿਟਿਵ ਇਸ਼ੂ, ਨਾ ਤਾਂ ਵਿਚਾਰੀਆਂ ਉਹਦੇ ਘਰਦਿਆਂ ਨੂੰ ਦੱਸ ਸਕਦੀਆਂ, ਤੇ ਫਰੈਂਡਸ ਦੇ ਵਿੱਚ ਵੀ ਉਹ ਜ਼ਿਆਦਾ ਨਹੀਂ ਸ਼ੇਅਰ ਹੁੰਦੀਆਂ ਗੱਲਾਂ। ਤਾਂ ਕਰਕੇ ਬॉयਜ਼ ਦਾ ਚਲੋ ਠੀਕ ਆ, ਬਾਕੀ ਸਾਰੀਆਂ ਚੀਜ਼ਾਂ ਬॉयਜ਼ ਐਂਡ ਗਰਲਸ ਕਾਮਨ ਆ, ਪਰ ਜਿਹੜੇ ਐਕਸਟਰਾ ਇਸ਼ੂਜ਼ ਗਰਲਸ ਕੁੜੀਆਂ ਫੇਸ ਕਰਦੀਆਂ ਇੱਥੇ, ਨੇਰੇ ਸਵੇਰੇ ਘਰੇ ਜਾਣਾ, ਵਾਪਸ ਆਉਣਾ, ਤੇ ਆਪਾਂ ਆ ਵੀ ਦੇਖਦੇ ਹਾਂ ਕਿ ਮੇਰੇ ਨਾਲ ਸਿਕਿਉਰਿਟੀ ਤੇ ਵੀ ਕੁੜੀ ਕੰਮ ਕਰਦੀ ਸੀਗੀ, ਤੇ ਉਹਦੇ ਨਾਲ ਵੀ ਕੁਝ ਗਲਤ ਹੋਇਆ ਸੀਗਾ। ਓਕੇ, ਮਤਲਬ ਇਦਾਂ ਦਾ ਕੋਈ ਵੀ ਤੁਹਾਨੂੰ ਮੈਂਟਲੀ ਅਪਸੈਟ ਕਰਨ ਵਾਲੀ ਕੋਈ ਘਟਨਾ, ਇਨਸੀਡੈਂਟ ਹੋਣਾ, ਹਨਾ? ਹਾਂਜੀ, ਇਹ ਚੀਜ਼ ਹੈਗੀ ਆ। ਚਾਹੇ ਵਾਕਈ ਐਜ਼ ਅ ਵੂਮਨ ਮੈਂ ਮੰਨ ਸਕਦੀ ਹਾਂ ਇਸ ਚੀਜ਼ ਨੂੰ ਕਿ ਸਾਨੂੰ ਕੁਝ ਐਕਸਟਰਾ ਪ੍ਰੋਬਲਮ ਬਹੁਤ ਜ਼ਿਆਦਾ ਨਹੀਂ, ਪਰ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਹਿਣੀਆਂ ਪੈਂਦੀਆਂ ਆ। ਬਿਲਕੁਲ ਤੁਸੀਂ ਠੀਕ ਆ। ਪਰ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨਾ ਬਹੁਤ, ਇਹ ਇਸੇ ਸਾਲ ਬਹੁਤ ਇਨਕਰੀਜ਼ ਹੋ ਗਈਆਂ ਇੱਕਦਮ, ਮਤਲਬ ਜਿਵੇਂ ਹੜ੍ਹ ਹੀ ਆ ਗਿਆ ਹੁੰਦਾ, ਪਹਿਲਾਂ ਕੋਈ ਇੰਨਾ ਸੁਣਿਆ ਨਹੀਂ ਸੀ ਕਿਸੇ ਨੇ ਵੀ। ਹਾਂਜੀ। ਸੋ ਇਹ ਜਿਹੜਾ ਆਹ ਕਰੋਨਾ ਤੋਂ ਬਾਅਦ ਦਾ ਜਿਹੜਾ ਲੀਪ ਹੈ, ਜਦੋਂ ਤੋਂ ਐਨਰੋਲਮੈਂਟ ਸ਼ੁਰੂ ਹੋਏ, ਸਟੂਡੈਂਟ ਆਉਣੇ ਸ਼ੁਰੂ ਹੋਏ, ਉਸ ਤੋਂ ਬਾਅਦ ਇਹ ਥੋੜਾ ਆਈਆਂ ਇੱਕ ਦੋ ਖਬਰਾਂ, ਫਿਰ ਤਾਂ ਜਿਵੇਂ ਮੈਂ ਕਿਹਾ ਨਾ ਵੀ ਹੜ੍ਹ ਹੀ ਆ ਗਿਆ। ਸੋ ਹੁਣ ਤੁਹਾਡੇ ਪੇਰੈਂਟਸ ਵੀ ਬੈਠੇ ਇਹ ਗੱਲਾਂ ਸੁਣਦੇ ਆ, ਸੋਸ਼ਲ ਮੀਡੀਆ ਜਾਂ ਇੰਟਰਨੈਟ ਹੈ, ਇਹ ਤਾਂ ਪੂਰੀ ਦੁਨੀਆ 'ਚ ਇਹ ਗੱਲ ਜਾ ਰਹੀ ਆ। ਤੁਸੀਂ ਵੀ ਇੱਥੇ ਆਏ ਹੋ, ਤੁਹਾਡੇ ਮਾਪਿਓ ਉੱਥੇ ਪੇਰੈਂਟਸ ਜਿਹੜੇ ਇੰਡੀਆ ਬੈਠੇ ਆ, ਉਹ ਕਿਸ ਤਰ੍ਹਾਂ ਸੋਚਦੇ ਆ? ਉਹਨਾਂ ਨੂੰ ਵੀ ਓਬਵੀਅਸਲੀ ਡਰ ਲੱਗਦਾ ਹੋਣਾ ਵੀ ਆ ਕੱਲ ਬੱਚਾ ਗਿਆ, ਪਰਸੋਂ ਡੈਥ ਹੋ ਗਈ ਆ, ਤੇ ਸਾਡਾ ਵੀ ਬੱਚਾ ਉੱਥੇ ਹੀ ਰਹਿ ਰਿਹਾ, ਉਸੇ ਸ਼ਹਿਰ 'ਚ ਰਹਿ ਰਿਹਾ ਜਾਂ ਉਸੇ ਸਿਨੈਰੀਓ 'ਚ ਰਹਿ ਰਿਹਾ। ਪੇਰੈਂਟਸ ਕਿੰਨੇ ਚਿੰਤਤ ਨੇ ਇਸ ਗੱਲ ਨੂੰ ਲੈ ਕੇ? ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਸਾਰੇ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਸਾਰਿਆਂ ਦੇ ਪੇਰੈਂਟਸ ਬਹੁਤ ਜ਼ਿਆਦਾ ਚਿੰਤਿਤ ਰਹਿੰਦੇ ਆ ਅੱਜ ਕੱਲ੍ਹ ਇਹਨਾਂ ਚੀਜ਼ਾਂ ਬਾਰੇ, ਬਿਕੋਜ਼ ਡੈਥਸ ਦਾ ਰੇਸ਼ੋ ਕਾਫੀ ਵੱਧ ਗਿਆ ਆ। ਕਿ ਪਹਿਲਾਂ ਆਪਾਂ ਇੰਨੀਆਂ ਨਿਊਜ਼ਾਂ ਨਹੀਂ ਸੁਣਦੇ ਸੀਗੇ, ਤੇ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਵੱਧ ਗਿਆ ਆ। ਤੇ ਪੇਰੈਂਟਸ ਦਾ ਚਿੰਤਾ ਕਰਨਾ ਬਣਦਾ ਵੀ ਹੈ, ਕਿਉਂਕਿ ਸਾਰਿਆਂ ਦਾ ਆਪਦੇ ਪੇਰੈਂਟਸ ਨਾਲ ਬਹੁਤ ਜ਼ਿਆਦਾ ਲਗਾਵ ਹੁੰਦਾ ਆ। ਤੇ ਜਦੋਂ ਪੇਰੈਂਟਸ ਇੱਕ ਦੂਰ ਬੈਠੇ ਆ, ਉਹਨਾਂ ਨੂੰ ਐ ਨਹੀਂ ਪਤਾ ਹੁੰਦਾ ਸਾਡਾ ਬੱਚਾ ਕਿਹੜੀ ਸਿਚੁਏਸ਼ਨ ਤੋਂ ਜੂਝ ਰਿਹਾ, ਹਨਾ ਜੀ, ਕੀ ਕਰ ਰਿਹਾ ਉਹ, ਕਿ ਉਹ ਕਿਸੇ ਮੁਸੀਬਤ 'ਚ ਤਾਂ ਨਹੀਂ, ਕਿ ਮਤਲਬ ਕਿੱਦਾਂ ਦੇ ਬੰਦਿਆਂ ਨਾਲ ਉਹ ਰਹਿ ਰਿਹਾ, ਕਿਤੇ ਕੁਝ ਗਲਤ ਤਾਂ ਨਹੀਂ ਹੋ ਰਿਹਾ ਉਹਦੇ ਨਾਲ। ਤਾਂ ਕਰਕੇ ਉਹ ਬਹੁਤ ਜ਼ਿਆਦਾ ਚਿੰਤਿਤ ਰਹਿੰਦੇ ਆ। ਤੇ ਆਈ ਥਿੰਕ ਜਿੱਥੇ ਤੱਕ ਸਟੂਡੈਂਟ ਸਟ੍ਰੈਸ ਦੇ ਵਿੱਚ ਰਹਿੰਦੇ, ਤੇ ਪਿੱਛੇ ਮਾਂ ਪਿਓ ਨੂੰ ਵੀ ਤੇ ਚਿੰਤਾ ਲੱਗੀ ਹੋਈ ਰਹਿੰਦੀ ਆ। ਪਰ ਲੋਕ ਕਹਿੰਦੇ ਆ ਕਿ ਇਹਨਾਂ ਦੀ ਇਹ ਮੌਤਾਂ ਦਾ ਕਾਰਨ ਨਸ਼ਾ ਹੈ, ਕਿ ਇੰਡੀਆ ਤੋਂ ਇਹ ਨਸ਼ੇ ਕਰਦੇ ਆਉਂਦੇ ਆ, ਤੇ ਇੱਥੇ ਜਦੋਂ ਨਹੀਂ ਮਿਲਦਾ ਤਾਂ ਮਤਲਬ ਇਸ ਕਾਰਨ ਮੌਤ ਹੋ ਜਾਂਦੀ ਹੈ। ਤੁਹਾਨੂੰ ਲੱਗਦਾ ਇਸ ਗੱਲ 'ਚ ਸੱਚਾਈ ਹੈਗੀ ਆ? ਮੈਂ ਇਹਦੇ ਵਿੱਚ ਕਹਿਣਾ ਚਾਹੂੰਗਾ, ਇਸ ਗੱਲ ਦੇ ਵਿੱਚ ਸੱਚਾਈ ਆ, ਪਰ ਬਹੁਤ ਹੀ ਘੱਟ। ਜੇ ਮੈਂ ਕਹੂੰਗਾ 100% ਦੇ ਵਿੱਚੋਂ 90% ਝੂਠ ਆ। ਸਿਰਫ 10% ਨਸ਼ਿਆਂ ਦੇ ਕਾਰਨ ਜਿਹੜੀਆਂ ਮੌਤਾਂ ਮੈਂ ਕਹੂੰਗਾ ਜਿਹੜੀਆਂ ਹੁੰਦੀਆਂ ਆ। ਤੇ ਬੇਸਿਕਲੀ ਜਿਹੜੇ ਸਟੂਡੈਂਟ ਆਉਂਦੇ ਆ, ਮੈਂ ਜਿੰਨੇ ਵੀ ਦੇਖੇ ਆ, ਮੋਸਟਲੀ ਉਹ ਸਾਰੇ ਰਿਸਪੌਂਸੀਬਲ ਬਣ ਕੇ ਆਉਂਦੇ, ਇੱਥੇ ਆ ਕੇ ਰਿਸਪੌਂਸੀਬਲ ਬਣ ਜਾਂਦੇ ਆ। ਤਾਂ ਕਰਕੇ ਜਿਹਦੇ ਉੱਤੇ ਰਿਸਪੌਂਸੀਬਿਲਿਟੀ ਹੁੰਦੀ ਆ, ਤਾਂ ਉਹ ਆਪਣੇ ਆਪ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਜਾਂਦਾ ਆ, ਤੇ ਉਹ ਆਪਣਾ ਬਹੁਤ ਹਿਸਾਬ ਨਾਲ ਚੱਲਦਾ ਆ। ਜਿਹੜਾ ਇਹਨਾਂ ਦਾ ਮੇਨ ਕਾਰਨ ਆ ਡੈਥਸ ਦਾ, ਕਿ ਜੇ ਮੈਂ ਦੱਸਾਂ, ਕਿਉਂਕਿ ਮੇਰੇ ਜਿਹੜੇ ਫਰੈਂਡ ਸਰਕਲ 'ਚ 3 ਮੌਤਾਂ ਹੋਈਆਂ ਸੀ ਸਟੂਡੈਂਟ ਦੀਆਂ, ਤੇ ਤਿੰਨੋਂ ਮਤਲਬ ਕੋਈ ਵੀ ਨਸ਼ਾ ਨਹੀਂ ਕਰਦੇ ਸੀਗੇ, ਕੋਈ ਵੀ। ਹਾਂਜੀ। ਤੇ ਫਿਰ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ ਕਿ ਨਸ਼ਿਆਂ ਕਰਕੇ ਡੈਥਸ ਹੋਈ ਆ? ਲਾਈਕ ਇੱਕ ਤਾਂ ਬਹੁਤ ਜ਼ਿਆਦਾ ਹਾਰਡ ਵਰਕਿੰਗ ਸੀਗਾ, ਲਾਈਕ he was working like 24 hours like regularly। ਤਾਂ ਉਹ 3 ਦਿਨ ਉਹਨੇ ਲਗਾਤਾਰ ਜਿਵੇਂ ਕੰਮ ਕਰਦਾ ਹੁੰਦਾ ਸੀ, ਫੇਰ ਜਾ ਕੇ ਉਹ ਕਿਤੇ ਰੈਸਟ ਕਰਦਾ ਸੀ। ਤੇ ਜਦੋਂ ਇਹ ਮੈਂ ਕਹੂੰਗਾ ਕਰੋਨਾ ਤੋਂ ਬਾਅਦ ਇਨਫਲੇਸ਼ਨ ਨੇ ਹਿੱਟ ਕੀਤਾ, ਕੰਮਾਂ ਕਾਰਾਂ ਦੀ ਘਾਟਾ ਹੋਇਆ ਆ, ਕੰਮਕਾਰ ਘਟੇ ਆ, ਤੇ
ਜਿਹੜੀਆਂ ਰੇਟਸ ਆ ਹਰ ਚੀਜ਼ ਦੇ ਉੱਤੇ ਚੱਲ ਗਏ ਆ, ਤਾਂ ਕਰਕੇ ਅਫੋਰਡੇਬਿਲਟੀ ਬਹੁਤ ਘਟ ਗਈ। ਉਸ ਦੇ ਕਾਰਨ ਸਟੂਡੈਂਟਸ ਨੂੰ ਇੰਨੇ ਸਟ੍ਰੈਸ 'ਚ ਜਾਣਾ ਪੈ ਰਿਹਾ, ਫੀਸਾਂ ਵਧੀਆਂ ਹੋਈਆਂ ਆ। ਜਦੋਂ ਉਹ ਇਹਦੇ ਲਾਈਫ ਸਟਾਈਲ ਦੇ ਵਿੱਚ ਇੱਥੇ ਰਹਿੰਦੇ ਆ ਇਹਦੇ ਵਿੱਚ, ਤੇ ਉਹ ਜਿਹੜਾ ਸਟ੍ਰੈਸ ਬੈਕ ਆਫ ਦਾ ਮਾਈਂਡ ਤਾਂ ਚੱਲਦਾ ਹੀ ਰਹਿੰਦਾ ਜੀ। ਤੇ ਬੋਡੀ ਦੇ ਹਾਰਮੋਨਸ ਜਿਹੜੇ ਡਿਸੈਂਬਲ ਹੋਏ ਆ, ਉਤੋਂ ਖਾਣਾ ਪੀਣਾ ਤੁਹਾਨੂੰ ਪਤਾ ਇੱਥੇ ਜੰਕ ਜ਼ਿਆਦਾ ਆ, ਜਿਵੇਂ ਪੀਜ਼ਾ ਖਾ ਲਿਆ ਨਾਲ ਕੋਕ ਪੀ ਲਿਆ, ਤਾਂ ਉਹ ਬਿਲਕੁਲ ਹੈਲਥ ਵਾਸਤੇ ਵਧੀਆ ਨਹੀਂਗਾ। ਇੱਥੇ ਕੋਈ ਆਪਣੇ ਮਦਰ ਤਾਂ ਬੈਠੇ ਨਹੀਂਗੇ ਕਿ ਸਵੇਰੇ ਸਵੇਰੇ ਦੇ ਤੇ ਪਰੌਂਠੇ ਹਨਾ ਜੀ, ਮੈਂ ਜਿਵੇਂ ਦੇਸੀ ਭਾਸ਼ਾ ਕਹੂੰਗਾ ਚੋਪੜ ਕੇ ਦੇ ਤੇ ਹਨਾ ਰੱਖ ਕੇ ਮੱਖਣ, ਤੇ ਨਾ ਹੀ ਇੱਥੇ ਕੋਈ ਇੰਨਾ ਮੱਝਾਂ ਬੂਰੀਆਂ ਦਾ ਕੋਈ ਦੁੱਧ ਹੈ। ਉਹੀ ਨਾਲੇ ਸਟੂਡੈਂਟ ਚੰਗਾ ਖਾਣਾ ਪੀਣਾ ਉਹਨਾਂ ਲਈ ਥੋੜਾ ਔਖਾ ਹੋ ਜਾਂਦਾ ਆ, ਕਿਉਂਕਿ ਸੈਲਫ ਵਾਸਤੇ ਸਾਰਾ ਕੁਝ ਕਰਨਾ, ਇੱਥੇ ਕੋਈ ਬੈਠਾ ਨਹੀਂ ਬਣਾ ਕੇ ਦੇਣ ਲਈ। ਤਾਂ ਕਰਕੇ ਸਟੂਡੈਂਟ ਜਦੋਂ ਆਪਦੀ ਕੇਅਰ ਨਹੀਂ ਕਰ ਪਾਉਂਦੇ ਪ੍ਰੋਪਰ, ਇਹ ਸਭ ਤੋਂ ਮੇਨ ਰੀਜ਼ਨ ਡੈਥ ਦਾ। ਤੇ ਮੈਨੂੰ ਲੱਗਦਾ ਦੂਸਰੀ ਗੱਲ ਇਹ ਆ ਕਿ ਇੰਡੀਆ ਬੈਠਿਆਂ ਨੂੰ ਉੱਥੋਂ ਕੁਝ ਹੋਰ ਲੱਗਦਾ ਹੁੰਦਾ। ਬਿਲਕੁਲ ਜੀ। ਆਈ ਵੁੱਡ ਸੇ ਕਿ ਇਹ ਨਾ ਇੱਕ ਉਹ ਤੁਸੀਂ ਕਹਾਣੀ ਸੁਣੀ ਹੋਣੀ ਆ ਵੀ ਇੱਕ ਹਿਰਨ ਨਾ ਹਮੇਸ਼ਾ ਸੜਕ ਤੇ ਉਹਨੂੰ ਮ੍ਰਿਗ ਨੈਣੀ ਜਿਹਨੂੰ ਕਹਿੰਦੇ ਆ, ਪਾਣੀ ਦੇਖਦਾ ਹੁੰਦਾ ਉਹਨੂੰ ਦੂਰੋਂ, ਉਹਨੂੰ ਲੱਗਦਾ ਵੀ ਪਾਣੀ ਦਾ ਤਲਾਬ ਹੈ, ਉਹ ਜਿੰਨਾ ਉਹਦੇ ਵੱਲ ਭੱਜਦਾ ਉਹਨਾਂ ਉਹ ਤੋਂ ਦੂਰ ਹੋਈ ਜਾਂਦਾ। ਪਰ ਉਹ ਇੱਕ ਜਿਹੜਾ ਭੁਲੇਖਾ ਆ ਉਹ ਹਨਾ ਉਹਦੇ ਮਨ ਦੇ ਵਿੱਚ ਵੀ ਅੱਗੇ ਜਾ ਕੇ ਪਾਣੀ ਆ ਜਾਊਗਾ, ਪਰ ਉਹ ਪਾਣੀ ਹੈ ਨਹੀਂ। ਤਾਂ ਇੰਡੀਆ ਬੈਠੇ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਜਦੋਂ ਕੈਨੇਡਾ ਪਹੁੰਚ ਗਏ ਉਦੋਂ ਸਾਰਾ ਕੁਝ ਸੈੱਟ ਹੋ ਜਾਣਾ, ਅਸੀਂ ਆਪਣੇ ਇੰਡੀਪੈਂਡੈਂਟ ਹੋ ਜਾਾਂਗੇ, ਜਦੋਂ ਪੈਸਾ ਕਮਾਉਣ ਲੱਗੇ ਅਸੀਂ ਆਪਣੇ ਡ੍ਰੀਮਸ ਪੂਰੇ ਕਰ ਸਕਦੇ ਹਾਂ। ਓਬਵੀਅਸਲੀ ਹਰ ਕੋਈ ਆਪਣੇ ਡ੍ਰੀਮਸ ਵੱਲ ਭੱਜਦਾ, ਪਰ ਇੱਥੇ ਦੀ ਜਿਹੜੀ ਰਿਐਲਿਟੀ ਆ, ਇੰਡੀਆ ਜਦੋਂ ਕਿਸੇ ਏਜੰਟ ਕੋਲੇ ਗਈ ਸੀ ਫਾਈਲ ਲਵਾਉਣ, ਉਹਨੇ ਦੱਸਿਆ ਸੀ ਵੀ ਇਹ ਚੀਜ਼ਾਂ ਵੀ ਫੇਸ ਕਰਨੀਆਂ ਪੈ ਸਕਦੀਆਂ। ਦੇਖੋ ਜੀ, ਇਹ ਤਾਂ ਭੁਲੇਖਾ, ਏਜੰਟ ਤਾਂ ਤੁਹਾਨੂੰ ਕਦੇ ਵੀ ਇਹੋ ਜਿਹੀ ਚੀਜ਼ਾਂ ਨਹੀਂ ਦੱਸਣਗੀਆਂ ਜਿਹੜੇ ਡਰੋਬੈਕਸ ਆ, ਜਿਹੜੇ ਸਾਡਾ ਲਾਈਫ ਸਟਾਈਲ ਆ। ਪਰ ਮੈਂ ਕਹੂੰਗਾ ਜਦੋਂ ਸਟੂਡੈਂਟਸ ਆਉਂਦਾ ਇਹ ਕਾਫੀ ਹਾਰਡ ਆ ਮੈਂਟਲੀ। ਤੁਹਾਨੂੰ ਨਾ ਫਿਜ਼ੀਕਲੀ ਭਾਵੇਂ ਉਹਦੇ ਕੱਪੜੇ ਥੋੜੇ ਜਿਹੇ ਘੱਟ ਲਿਆਇਓ, ਠੀਕ ਹੈ ਜੀ, ਹੋਰ ਚੀਜ਼ਾਂ ਦੀ ਤਿਆਰੀ ਘੱਟ ਕਰਕੇ ਆਇਓ, ਬਾਕੀ ਕੋਈ ਚੱਕਰ ਨਹੀਂ। ਆਪਦੇ ਦਿਮਾਗ ਨੂੰ ਇਹੋ ਜਿਹਾ ਪ੍ਰਿਪੇਅਰ ਕਰਕੇ ਆਇਓ ਕਿ ਇੱਕ ਤਰ੍ਹਾਂ ਨਾਲ ਫੌਜੀ ਦੀ ਜ਼ਿੰਦਗੀ ਇਹ, ਮੈਂ ਕਹੂੰਗਾ ਤੁਸੀਂ ਸੋਲਜਰ ਹੋ। ਜੇ ਤੁਸੀਂ ਇੱਥੇ ਪ੍ਰੋਪਰ ਆਪਦੀ ਜ਼ਿੰਦਗੀ ਕੱਢਣੀ ਆ ਤਾਂ ਤੁਹਾਨੂੰ ਉਹ ਰੂਟੀਨ ਫੋਲੋ ਕਰਨਾ ਪੈਣਾ। ਜਿਵੇਂ ਸੋਲਜਰ ਸਵੇਰੇ 4 ਵਜੇ ਉੱਠਦਾ, ਪ੍ਰੋਪਰ ਡਿਊਟੀ ਕਰਦਾ, ਹਾਰਡ ਵਰਕ ਕਰਦਾ, ਤੇ ਉਹ ਲਾਈਫ ਹੈ ਇਹ ਜਦੋਂ ਤੱਕ ਤੁਸੀਂ ਸਟੂਡੈਂਟ ਹੋ। ਮੈਂ ਕਹਿੰਦਾ ਜ਼ਰੂਰ ਤੁਹਾਡੇ ਸੁਪਨੇ ਪੂਰੇ ਹੋਣਗੇ, ਮੈਂ ਵੀ ਇਹੀ ਆਸ਼ਾ ਕਰਦਾ, ਮੈਂ ਵੀ ਆਪਟੀਮਿਸਟਿਕ ਹਾਂ ਇਹਨਾਂ ਚੀਜ਼ਾਂ ਲਈ। ਤੇ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ, ਬਟ ਯੂ ਹੈਵ ਟੂ ਗਿਵ ਟਾਈਮ। ਸਾਰਾ ਕੁਝ ਸਟੈਪ ਬਾਏ ਸਟੈਪ ਹੁੰਦਾ। ਕਦੇ ਵੀ ਆਪਾਂ ਜੇ ਸੋਚੀਏ ਨਾ ਉਤਲੀ ਪੌੜੀ ਤੇ ਸਿੱਧਾ ਚੜ ਜਾਾਂਗੇ, ਜੇ ਆਪਾਂ ਸਟੈਪ ਬਾਏ ਸਟੈਪ ਚੱਲਾਂਗੇ ਨਾ ਤਾਂ ਹੀ ਆਪਾਂ ਵੀ ਕੈਪੇਬਲ ਹੋਵਾਂਗੇ ਕਿ ਉੱਤੇ ਖੜਨ ਦੇ। ਨਹੀਂ ਤਾਂ ਫਿਰ ਉੱਤੋਂ ਬੰਦਾ ਨਹੀਂ, ਉੱਤੋਂ ਸਲਿੱਪ ਕਰ ਜੂ, ਨਹੀਂ ਖੜ ਸਕਦਾ ਉੱਥੇ। ਹੁਣ ਜੇ ਆਪਾਂ ਇੱਕਦਮ ਆ ਕੇ ਮਸਟੈਂਗ ਕਢਾ ਤਾਂ ਸਕਦੇ ਹਾਂ, ਤੁਸੀਂ ਸੁਪਨੇ ਪੂਰੇ ਹੋ ਗਏ, ਬਟ ਵਟ ਨੈਕਸਟ? ਤੁਸੀਂ ਚਲਾਉਣਾ ਤਾਂ ਤੁਸੀਂ ਆ ਵਹੀਕਲ, ਉਹ ਬਿਲਿੰਗ ਤਾਂ ਤੁਸੀਂ ਕਰਨੀ ਆ। ਫਿਰ ਆਪਾਂ ਪੇਰੈਂਟਸ ਨੂੰ ਇੰਡੀਆ ਨਹੀਂ ਤੰਗ ਕਰ ਸਕਦੇ ਉਹਨਾਂ ਚੀਜ਼ਾਂ ਲਈ। ਤਾਂ ਕਰਕੇ ਪੂਰਾ ਸਾਰਾ ਕੁਝ ਹੁੰਦਾ, ਬਟ ਜੇ ਤੁਸੀਂ ਮੈਂਟਲੀ ਪ੍ਰਿਪੇਅਰ ਕਰਕੇ ਆਉਣੇ ਨਾ ਆਪਦੇ ਆਪ ਨੂੰ, ਤਾਂ ਤੁਹਾਡਾ ਇੱਥੇ ਲਾਈਫ ਸਟਾਈਲ ਸੌਖਾ। ਨਹੀਂ ਤਾਂ ਮੈਂ ਇਹੋ ਜਿਹੇ ਬਹੁਤ ਸਟੂਡੈਂਟ ਦੇਖੇ ਜਿਹੜੇ ਹੁਣ ਸਾਰਾ ਟਾਈਮ ਉਹ ਸਟ੍ਰੈਸ ਦੇ ਵਿੱਚ ਰਹਿੰਦੇ ਆ, ਤੇ ਇੱਥੇ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਨਾਲ ਹੋ ਕੀ ਗਿਆ, ਕਿ ਬਸ ਫਿਰ ਕਹਿੰਦੇ ਕਿ ਅਸੀਂ ਵਾਪਸ ਚੱਲ ਜਾਈਏ। ਜਾਂ ਫਿਰ ਇੰਡੀਆ ਤੁਸੀਂ ਦੇਖੋਗੇ 1 ਸਾਲ ਦੇ ਵਿੱਚ ਹੁਣ ਕਿੰਨੇ ਸਟੂਡੈਂਟ ਵਾਪਸ ਵੀ ਜਾ ਰਹੇ ਆ, ਤੇ ਉਹ ਮਤਲਬ ਇੰਡੀਆ ਨੂੰ ਮਿਸ ਕਰਦੇ ਆ। ਇੱਥੇ ਰਹਿਣ ਨੂੰ ਕਿ ਚਲੋ ਇੰਡੀਆ ਜਾ ਕੇ, ਨਹੀਂ ਤਾਂ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਕਿ ਸਟੱਡੀ ਪੂਰੀ ਹੋਣ ਤੋਂ ਪਹਿਲਾਂ ਕੋਈ ਇੰਡੀਆ ਚੱਲ ਜਾਵੇ। ਇਹ ਜਿਹੜਾ ਪਹਿਲਾਂ ਟ੍ਰੈਂਡ ਇਹੀ ਸੀਗਾ ਵੀ ਪੱਕੇ ਹੋ ਕੇ ਅਸੀਂ ਫਿਰ ਇੰਡੀਆ ਗੇੜਾ ਮਾਰਾਂਗੇ। ਹੁਣ ਅਕਸਰ ਇਹ ਦੇਖਣ ਨੂੰ ਮਿਲਦਾ ਕਿ ਕੋਈ 1 ਸਮੈਸਟਰ ਬਾਅਦ ਚੱਲ ਗਿਆ, ਕੋਈ 2 ਸਮੈਸਟਰ। ਮੇਰੇ ਆਪਦੇ ਫਰੈਂਡਸ ਗਏ ਹੋਏ, ਹੁਣ ਡ੍ਰੌਪ ਚੱਲ ਰਿਹਾ ਸੀਗਾ, ਆਈ ਥਿੰਕ ਮੇਰੇ 10-12 ਫਰੈਂਡ ਗਏ ਆ ਇੰਡੀਆ, ਥੋੜਾ ਆਪਣੇ ਆਪ ਨੂੰ ਮੈਂਟਲੀ ਠੀਕ ਕਰਨ ਦੇ ਲਈ ਪਰ ਉਹ ਮੈਂ ਕਹੂੰਗਾ ਪੱਕਾ ਆਪਸ਼ਨ ਨਹੀਂਗਾ, ਕਿਉਂਕਿ ਉਹ ਆਬਵੀਅਸਲੀ ਤੁਸੀਂ ਇੱਕ ਖਰਚਾ ਹੋਰ ਵਧਾ ਲਿਆ, ਪਰ ਉਹਦੇ ਉੱਥੇ ਇੰਡੀਆ ਜਾ ਕੇ ਆਉਣ ਨਾਲ ਤੁਹਾਡਾ ਦਿਮਾਗ 2-3 ਮਹੀਨਿਆਂ ਲਈ ਹੋਰ ਪਾਸੇ ਜ਼ਰੂਰ ਤੁਸੀਂ 2-3 ਮਹੀਨੇ ਇੱਥੇ ਆ ਕੇ ਵਧੀਆ ਰਹੋਗੇ, ਪਰ ਫਿਰ ਲੌਂਗ ਰਨ ਦੇ ਵਿੱਚ ਤੁਹਾਨੂੰ ਆਪਦੇ ਦਿਮਾਗ ਨੂੰ ਤਾਂ ਸਮਝਾਉਣਾ ਹੀ ਪੈਣਾ, ਰਹਿਣਾ ਤਾਂ ਇੱਥੇ ਹੀ ਹੈ ਜੇ ਸੋਚਿਆ ਤਾਂ। ਹਾਂਜੀ, ਤਰਨ ਇਸ ਤੋਂ ਬਾਅਦ ਹੁਣ ਮੈਂ ਗੱਲ ਕਰਨਾ ਚਾਹੂੰਗੀ ਸਕੈਮਸ ਤੇ। ਸਕੈਮਸ ਵੀ ਬਹੁਤ ਹੁੰਦੇ ਨੇ, ਮੈਨੂੰ ਲੱਗਦਾ ਵੀ ਜਦੋਂ ਕੋਈ ਇੱਥੇ ਕੋਈ ਨਵਾਂ ਆਉਂਦਾ ਨਾ ਉਹਨੂੰ ਟਾਰਗੇਟ ਹੀ ਜਿਹੜੇ ਸਕੈਮਰਸ ਨੇ ਉਹਨਾਂ ਨੂੰ ਟਾਰਗੇਟ ਕਰਦੇ ਆ, ਵੀ ਖਾਸ ਕਰਕੇ ਉਹਨਾਂ ਨੂੰ ਪਤਾ ਵੀ ਸਟੂਡੈਂਟ ਵੀ ਬਹੁਤ ਆ ਰਹੇ ਆ ਜਾਂ ਫਿਰ ਕੋਈ ਹੋਰ ਵੀ ਕਿਸੇ ਵੀ ਵੀਜ਼ੇ ਤੇ ਆ ਗਿਆ, ਉਹਨਾਂ ਨੂੰ ਫੋਨ ਕਾਲਸ ਕਰਨੀਆਂ ਜਾਂ ਕੁਝ ਵੀ। ਜਦੋਂ ਅਸੀਂ ਆਏ ਸੀ ਉਸ ਟਾਈਮ ਇੱਕ ਖਾਸ ਜਿਹੜਾ ਸਕੈਮਸ ਦਾ ਇੱਕ ਜਿਹੜੀ ਇਹਨਾਂ ਦਾ ਤਰੀਕਾ ਸੀ ਨਾ, ਉਹ ਇਹ ਸੀਗਾ ਕਿ ਤੁਹਾਨੂੰ ਕਾਲ ਕਰਕੇ ਕਹਿਣਾ ਕਿ ਤੁਹਾਨੂੰ ਅਰੈਸਟ ਕਰ ਲਿਆ ਗਿਆ, ਤੁਹਾਡੇ ਤੇ ਇੰਨੇ ਚਾਰਜਸ ਨੇ, ਇੰਨੇ ਪੈਸੇ ਦੇ ਦਿਓ। ਮੇਰੀਆਂ ਬਹੁਤ ਸਾਰੀਆਂ ਫਰੈਂਡਸ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ, ਡਰ ਕੇ 3-4 ਹਜ਼ਾਰ ਡਾਲਰ ਉਹਨਾਂ ਨੂੰ ਟ੍ਰਾਂਸਫਰ ਕਰਤਾ। ਤੇ ਮੈਨੂੰ ਇੰਨਾ ਵੀ ਪਤਾ ਕਿ ਹੁਣ ਵੀ ਸੇਮ ਹੀ ਹੈ, ਕੋਈ ਕੰਮ ਬੰਦ ਨਹੀਂ ਹੋਇਆ। ਹੁਣ ਉਹਨੂੰ ਕੀ ਤਰੀਕਾ ਅਪਣਾਉਂਦੇ ਆ, ਕਿਸ ਤਰੀਕੇ ਨਾਲ ਟਾਰਗੇਟ ਕਰ ਰਹੇ ਨੇ? ਬਿਲਕੁਲ ਸਹੀ ਕਿਹਾ ਜੀ ਤੁਸੀਂ, ਜਿਹੜੇ ਤੁਸੀਂ ਆਹ ਫਰਾਡਸ ਦੀ ਗੱਲ ਕੀਤੀ ਆ, ਇਹ ਤਾਂ ਚਲੋ ਪ੍ਰੀਵੇਲਿੰਗ ਚ ਹੈਗੇ ਹੀ ਆ, ਇਹ ਤਾਂ ਬਹੁਤ ਵੱਡਾ ਖਤਰਾ ਸੀਗਾ ਸਟੂਡੈਂਟਸ ਲਈ। ਇਹਨਾਂ ਚੀਜ਼ਾਂ ਲਈ ਤਾਂ ਅਸੀਂ ਵੀ ਪ੍ਰੀਪੇਅਰ ਹੋ ਕੇ ਆਏ ਸੀਗੇ ਕਿ ਹਨਾ ਜੀ ਕਿਸੇ ਨੂੰ ਫੋਨ ਕਾਲ ਤੇ ਨਹੀਂ ਕੁਝ ਕਰਨਾ, ਤਾਂ ਕਿਸੇ ਦੀ ਗੱਲ ਨਹੀਂ ਇੰਨੀ ਛੇਤੀ ਮੰਨਣੀ ਹਨਾ ਜੀ ਇੱਥੇ। ਤੇ ਆਹ ਸੇਮ ਚੀਜ਼ਾਂ ਮੈਂ ਕਹੂੰਗਾ, ਤੁਸੀਂ 3-4 ਹਜ਼ਾਰ ਡਾਲਰ ਦੀ ਗੱਲ ਕੀਤੀ, ਮੇਰੇ ਫਰੈਂਡ ਦੇ ਨਾਲ 8 ਲੱਖ ਇੰਡੀਅਨ ਰੁਪੀਜ਼ ਦਾ ਧੋਖਾ ਹੋਇਆ। ਉਹ 12 ਲੱਖ ਦੇਤਾ ਸੀ ਉਹਨੇ, 4 ਲੱਖ ਉਹਨੂੰ ਫੇਰ ਵਾਪਸ ਆ ਗਏ ਕਿਉਂਕਿ ਉਹਦੀ ਟ੍ਰਾਂਜੈਕਸ਼ਨ ਪੂਰੀ ਨਹੀਂ ਹੋਈ ਸੀ। 8 ਲੱਖ ਦਾ ਧੋਖਾ ਹੋਇਆ ਉਹਦੇ ਨਾਲ।
ਹੀ ਲਿਵਸ ਇਨ ਵਿਨੀਪੈਗ, ਓਕੇ, ਕਰਨ ਆ ਉਹਦਾ ਨਾਮ, ਤੇ ਉਹਨਾਂ ਨਾਲ ਇਹ ਸਾਰਾ ਕੁਝ ਹੋਇਆ। ਤੇ ਮੈਂ ਕਹੂੰਗਾ ਅੱਜ ਦੇ ਟਾਈਮ ਜਿਹੜੇ ਸਭ ਤੋਂ ਜ਼ਿਆਦਾ ਮਤਲਬ ਖਤਰਨਾਕ ਸਿਚੁਏਸ਼ਨ ਬਣੀ ਹੋਈ ਹੈ ਸਕੈਮਰਸ ਦੀ, ਕਿ ਉਹ ਇਹੋ ਜਿਹੀ ਚੀਜ਼ ਤੇ ਹਿੱਟ ਕਰ ਜਿੱਥੇ ਪਤਾ ਕਿ ਟੀਨੇਜਰ ਸਭ ਤੋਂ ਜ਼ਿਆਦਾ ਅਫੈਕਟ ਹੋ ਸਕਦੇ ਆ। ਲਾਈਕ ਤੁਹਾਨੂੰ ਗਲਤ ਨੇਮ ਦੀਆਂ ਆਈਡੀਆਜ਼ ਤੋਂ ਆਉਣਗੇ ਕਿ ਮਤਲਬ ਓਕੇ, ਮਤਲਬ ਕਿ fake ਤੁਹਾਨੂੰ ideas, ਜੇ ਮੁੰਡੇ ਆ ਤਾਂ ਉਹਨਾਂ ਨੂੰ ਇਹ ਕਹਿਣਾ ਕਿ ਕਿਸੇ ਕੁੜੀ ਦੀ ਆਈਡੀ ਤੋਂ ਫੇਕ ਆਈਡੀਜ਼ message ਤੋਂ ਤੁਹਾਨੂੰ ਕੀਤਾ। ਉਦਾਂ ਦੇ, ਜੇ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਹੋਊਗਾ ਕਿਸੇ ਪੰਜਾਬੀ ਕੁੜੀ ਦੀ ਰਿਕੁਐਸਟ ਆਉਣ ਜਿਹੜੀ ਤੁਸੀਂ ਐਕਸੈਪਟ ਵੀ ਕਰ ਲਓ ਕਿ ਤੁਸੀਂ ਜਾਣਦੇ ਹੋਵੋਗੇ, ਠੀਕ ਹੈ ਜੀ। ਤੇ ਇਹਦੇ ਵਿੱਚ ਮੈਂ ਕਹੂੰਗਾ ਪਹਿਲਾਂ ਹੁੰਦਾ ਸੀ ਸਿਰਫ ਗੋਰੇ ਇਨਵੋਲਵਡ ਸੀ, ਹੁਣ ਆਪਣੇ ਪੰਜਾਬੀ ਵੀ ਬਹੁਤ ਸਕੈਮ ਦੇ ਵਿੱਚ ਵੜ ਗਏ ਆ ਇਹਨਾਂ ਚੀਜ਼ਾਂ ਦੇ ਵਿੱਚ। ਤੇ ਮੈਂ ਕਹੂੰਗਾ ਹੁਣ ਜਿਵੇਂ ਇੰਸਟਾਗ੍ਰਾਮ ਹੋ ਗਿਆ, ਸਨੈਪਚੈਟ, ਹੁਣ ਕਿਸੇ ਵੀ ਅਨੋਨਿਮਸ ਬੰਦੇ ਨਾਲ ਤੁਸੀਂ ਐਡ ਹੋਏ ਹੋ, ਤੁਸੀਂ ਕੋਈ ਵੀ ਵੀਡੀਓ ਕਾਲ ਆਉਂਦੀ ਹੈ ਜਾਂ ਵੌਇਸ ਕਾਲ ਆਉਂਦੀ ਹੈ, ਉਹ ਉਹਦਾ ਯੂਜ਼ ਕਰਕੇ ਉਸ ਤੋਂ ਬਾਅਦ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਕਿ ਸਾਨੂੰ ਇੰਨੇ ਪੈਸੇ ਦਿਓ ਜਾਂ ਉਨੇ ਦਿਓ। ਤੇ ਇਹ ਬਹੁਤ ਜ਼ਿਆਦਾ ਹੋ ਰਿਹਾ, ਮੈਂ ਨਹੀਂ ਕਹੂੰਗਾ ਘੱਟ ਹੋ ਰਿਹਾ, ਇਹਦਾ ਸ਼ਿਕਾਰ ਆਲਮੋਸਟ 70% ਸਟੂਡੈਂਟਸ ਜਾਂ ਸਾਰੇ ਹੋ ਰਹੇ ਆ। ਤਾਂ ਜੇ ਇਹਦੀ ਅਵੇਅਰਨੈਸ ਨਹੀਂ ਆਈ ਤਾਂ ਇਹ ਹੋਰ ਅੱਗੇ ਵੱਧਦਾ ਰਹੂਗਾ। ਇਹ ਚੀਜ਼ਾਂ ਦੇ ਵਿੱਚ ਉਹ ਡਰਾਉਂਦੇ ਇਸ ਤਰੀਕੇ ਨਾਲ ਕਿ ਬੰਦੇ ਨੂੰ ਲੱਗਦਾ ਕਿ ਨਹੀਂ ਮੇਰਾ ਜ਼ਿੰਦਗੀ ਖਤਮ ਹੋ ਜਾਣੀ, ਜ਼ਿੰਦਗੀ ਖਤਮ ਹੋ ਜਾਊਗੀ, ਮੈਂ ਤਾਂ ਬਸ ਖਤਮ ਹੋ ਗਿਆ। ਉਹ ਪਹਿਲਾਂ ਹੀ ਉਸ ਬੰਦੇ ਦਾ, ਜਿੱਦਾਂ ਹੁਣ ਤੁਸੀਂ ਕਿਸੇ ਵੈਬਸਾਈਟਾਂ ਤੇ ਆਪਦੀ ਇਨਫੋਰਮੇਸ਼ਨ ਪਾਤੀ, ਇਹੋ ਜਿਹੀ ਵੈਬਸਾਈਟਾਂ ਦੀ ਇਨਫੋਰਮੇਸ਼ਨ ਚੱਕ ਲੈਂਦੇ ਕਿ ਦੇ ਨੋ ਯੋਰ ਨੰਬਰ, ਦੇ ਨੋ ਯੋਰ ਨੇਮ, ਦੇ ਨੋ। ਬਟ ਮੈਂ ਕਹੂੰਗਾ ਇਹਨਾਂ ਚੀਜ਼ਾਂ ਤੋਂ ਡਰਨ ਦੀ ਗੱਲ ਨਹੀਂਗੀ। ਆਪਣੇ ਹੈਲਪਲਾਈਨ ਨੰਬਰਸ, ਐਮਰਜੈਂਸੀ ਨੰਬਰ, ਤੁਸੀਂ ਜ਼ਰੂਰ ਉੱਥੇ ਉਹਨਾਂ ਦੇ ਬਾਰੇ ਤੁਸੀਂ ਉਹਨਾਂ ਨੂੰ ਰਿਪੋਰਟ ਕਰੋ, ਕਿਉਂਕਿ ਅੱਗੇ ਤੋਂ ਉਹ ਐਕਸ਼ਨ ਨਾ ਹੋ ਸਕਣ। ਤਾਂ ਇਹ ਕਾਫੀ ਚਿੰਤਾਜਨਕ ਸੋ ਮੈਨੂੰ ਮਾਮਲਾ ਲੱਗਦਾ ਹੈ। ਇਹ ਤਰੀਕਾ ਇਸ ਕਰਕੇ ਅਪਣਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਟੀਨੇਜਰ ਜਾਂ ਫਿਰ ਯੰਗ ਬੱਚੇ ਆ ਰਹੇ ਆ, ਉਹ ਆਬਵੀਅਸਲੀ ਇਸ ਉਮਰ ਦੇ ਵਿੱਚ ਹਰ ਕੋਈ ਸਾਥ ਭਾਲਦਾ ਆ, ਉਹਨਾਂ ਨੂੰ ਕਿਸੇ ਕੰਪਨੀ ਦੀ ਲੋੜ ਆ। ਮੁੰਡਿਆਂ ਨੂੰ ਕੁੜੀਆਂ ਦੇ ਨਾਂ ਤੇ ਬਲੈਕਮੇਲ ਕਰਨਾ, ਕੁੜੀਆਂ ਨੂੰ ਮੁੰਡਿਆਂ ਦੀਆਂ ਆਈਡੀਆਂ ਤੋਂ ਬਲੈਕਮੇਲ ਕਰਨਾ, ਕਿਉਂਕਿ ਇਹ ਈਜ਼ੀ ਤਰੀਕਾ ਆ ਕਿਸੇ ਨੂੰ ਵੀ ਆਪਣੇ ਪਲੇਚੇ ਚ ਲੈਣ ਦਾ। ਦੈਟਸ ਵਾਟ ਆਈ ਅੰਡਰਸਟੈਂਡ, ਹਨਾ। ਤਾਂ ਦੇਖੋ ਵੀ ਜੇ ਕਿਸੇ ਨਾਲ ਸਕੈਮ ਹੋ ਗਿਆ, ਪਹਿਲਾਂ ਤਾਂ ਉਹਦੇ ਸਿਰ ਤੇ $20,000 ਦੀ ਫੀਸ ਖੜੀ ਹੈ, ਮਿਨੀਮਮ ਅਮਾਉਂਟ। ਫਿਰ ਉਸ ਤੋਂ ਬਾਅਦ ਉਹਦੀਆਂ ਕੋਈ ਫੋਟੋਜ਼ ਵਾਇਰਲ ਕਰਨੀਆਂ ਉਸ ਡਰਾਵੇ ਨਾਲ। ਇੱਕ ਤਾਂ ਆਬਵੀਅਸਲੀ ਹਰੇਕ ਨੂੰ ਹੁੰਦਾ ਕਿ ਮੇਰੇ ਘਰਦਿਆਂ ਦੀ ਮੇਰੀ ਇੱਜ਼ਤ ਆ, ਉਹ ਵੀ ਤੁਹਾਡੀ ਪ੍ਰਾਈਵੇਸੀ ਵਾਇਰਲ ਹੋ ਰਹੀ ਹੈ। ਦੂਸਰਾ, ਤੁਸੀਂ ਜੇ ਉਹਨਾਂ ਤੋਂ ਪੈਸੇ ਮੰਗ ਰਹੇ ਆ ਤੇ ਇਹ ਜਿਹੜਾ ਇਹ ਫਰੌਤੀ ਜਾਂ ਜਿਹੜੇ ਆਪਾਂ ਕਹਿੰਦੇ ਆ ਪੈਸੇ, ਕਿੰਨਾ ਕੁ ਡਾਲਰ, ਕਿੰਨੇ ਕੁ ਮੰਗਦੇ ਨੇ? ਦੇਖੋ ਜੀ, ਇਹ ਜਿਵੇਂ ਬੰਦੇ ਨੂੰ ਡਰਾਉਂਦੇ ਇਸ ਹਿਸਾਬ ਨਾਲ, ਇਹ ਸਟਾਰਟ ਤਾਂ ਜਿਵੇਂ ਤੁਹਾਡੇ ਤੋਂ ਮੰਗਣਗੇ ਕਿ $1,000 ਦੇ ਦਿਓ, $2,000 ਦੇ ਦਿਓ, ਪਰ ਇਸ ਕੈਮਰਾ ਦੀ ਪਹਿਚਾਣ ਹੀ ਆਹ ਹੈ। ਜੇ ਤੁਸੀਂ ਇਹਨਾਂ ਨੂੰ ਕਹਿ ਦੇਂਗੇ ਨਾ ਸਾਡੇ ਕੋਲ $50, ਇਹਨਾਂ ਨੇ ਕਹਿਣਾ ਕੋਈ ਨਾ ਤੂੰ ਸਾਨੂੰ 50 ਹੀ ਦੇ ਦੇ। ਹਾਂਜੀ, ਇਹਨਾਂ ਦੀ ਆਹ ਗੱਲ ਹੈ ਜੀ। ਤੇ ਇਹਨਾਂ ਚੀਜ਼ਾਂ ਤੋਂ ਤਾਂ ਕਾਫੀ ਹੁਣ ਸਤਰਕ ਰਹਿਣ ਦਾ ਟਾਈਮ ਆ ਕਿ ਐਵੇਂ ਹੁਣ ਜਿਵੇਂ ਮੈਂ ਕਹੂੰ 4 ਮੇਰੇ ਜਮਾਂ ਬੈਸਟ ਫਰੈਂਡ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਹੈਗੇ ਆ, ਅਲੱਗ-ਅਲੱਗ ਸਟੇਟਸ 'ਚ। ਮਤਲਬ ਅਸੀਂ ਆਪਦੇ ਆਪ ਨੂੰ ਸਮਝਦੇ ਕਿ ਅਸੀਂ ਕਾਫੀ ਇੰਟੈਲੈਕਚੁਅਲ ਆ, ਕਿ ਅਸੀਂ ਇਹਨਾਂ ਚੀਜ਼ਾਂ ਤੋਂ ਕਾਫੀ ਅਵੇਅਰ ਸੀਗੇ, ਬਟ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ 3 ਜਣਿਆਂ ਨਾਲ ਫਰੋਡ ਹੋਇਆ। ਇੱਕ ਨਾਲ $12 ਲੱਖ ਦਾ ਹੋਇਆ, ਇੱਕ ਨਾਲ $4,000 ਦਾ ਹੋਇਆ, ਇੱਕ ਨਾਲ $500 ਦਾ, ਇੱਕ ਨਾਲ $200 ਦਾ ਹੋਇਆ। 4 ਜਣਿਆਂ ਨਾਲ। ਪਰ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ? ਬਚਿਆ ਐਵੇਂ ਜਾ ਸਕਦਾ ਕਿ ਤੁਹਾਨੂੰ, ਜਿਵੇਂ ਅਸੀਂ ਨਵੇਂ ਆਏ ਸੀ, ਸਾਨੂੰ ਲੱਗਦਾ ਸੀਗਾ ਕਿ ਯਾਰ ਕਿਸੇ ਕੰਮਾਂ ਤੇ ਰੈਜ਼ਿਊਮੇ ਵੰਡੇ ਆ, ਕਿ ਕਿਸੇ ਕੰਮ ਵਾਲੇ ਦਾ ਨਾ ਫੋਨ ਹੋਵੇ, ਕਿਸੇ ਦਾ ਉਹਦਾ ਨਾ ਮੈਸੇਜ ਹੋਵੇ। ਇਦਾਂ ਵੀ ਲੋਕ ਮੈਸੇਜ ਕਰਨ ਲੱਗੇ ਕਿ ਇੱਥੇ ਤੁਸੀਂ, ਜਿਵੇਂ ਹੁਣ ਪਤਾ ਆਪਾਂ ਬਹੁਤ ਸਾਈਟਾਂ ਤੇ ਅਪਲਾਈ ਕਰਦੇ ਹਾਂ ਜੀ, ਜਦੋਂ ਆਪਾਂ ਕੰਮ ਲੱਭਦੇ ਹਾਂ, ਕਿਸੇ ਫਰੋਡ ਦਾ ਤਾਂ ਵੀ ਮੈਸੇਜ ਆ ਜਾਂਦਾ, ਹਾਈ ਯੂ ਆਰ ਲੁਕਿੰਗ ਫॉर ਵਰਕ ਐਂਡ ਪਲੀਜ਼ ਟੈਕਸਟ ਮੀ ਔਨ ਦਿਸ ਨੰਬਰ, ਫੋਲੋ ਦਿਸ ਲਿੰਕ, ਦੈਟ ਐਂਡ ਆਲ ਦੈਟ ਥਿੰਗਸ। ਤਾਂ ਕਰਕੇ ਕਦੇ ਵੀ ਕਿਸੇ ਪ੍ਰਾਈਵੇਟ ਮੈਸੇਜ ਤੇ ਰਿਪਲਾਈ ਨਾ ਕਰੋ, ਕੋਈ ਵੀ ਜਿੱਥੇ ਤੁਹਾਨੂੰ ਸ਼ੱਕ ਲੱਗਦਾ। ਜਿਹੜੇ ਅਨਨੋਨ ਨੰਬਰ ਆ ਉਹ ਚੱਕਣ ਦੀ ਕਦੇ ਵੀ ਭੁੱਲ ਨਾ ਕਰੋ, ਅਨਨੋਨ ਨੰਬਰ ਪਲੀਜ਼ ਅਵੋਇਡ ਕਰੋ। ਜੇ ਬਾਹਲਾ ਕਿਸੇ ਨੂੰ ਜ਼ਰੂਰੀ ਹੋ, ਤੁਹਾਨੂੰ 2 ਟਾਈਮ 3 ਟਾਈਮ ਉਹ ਕਾਲ ਕਰੂਗਾ। ਜਿਹੜੇ ਫਰੋਡ ਹੁੰਦੇ ਆ ਉਹ ਜ਼ਿਆਦਾ ਇੱਕ ਵਾਰੀ ਕਾਲ ਹੁੰਦਾ ਉਹਨਾਂ ਦਾ, ਜੇ ਤੁਸੀਂ ਉਹਨਾਂ 'ਚ ਨਹੀਂ ਫਸੇ ਹੋਏ। ਜਿਹੜੇ ਲੋਕ ਇੱਥੇ ਆਲਰੇਡੀ ਪੁਰਾਣੇ ਲੋਕ ਆਏ ਆ ਤੇ ਜਿਹੜੇ ਨਵੇਂ ਖਾਸ ਕਰਕੇ ਸਟੂਡੈਂਟਸ ਆ ਰਹੇ ਆ, ਉਹਨਾਂ ਦੇ ਵਿੱਚ ਇੱਕ ਕੰਟਰੋਵਰਸੀ ਛਿੜੀ ਹੋਈ ਆ। ਹਾਂਜੀ, ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਇੱਥੇ ਮਾਹੌਲ ਜਿਹੜਾ ਖਰਾਬ ਹੋ ਗਿਆ, ਖਾਸ ਕਰਕੇ ਕ੍ਰਾਈਮ ਐਂਡ ਕੁਝ ਕੁ ਹੋਰ ਚੀਜ਼ਾਂ, ਉਹ ਸਟੂਡੈਂਟਸ ਦੇ ਕਰਕੇ ਵਧੀਆਂ ਨੇ। ਪਹਿਲਾਂ ਬਹੁਤ ਸਾਫ਼ ਸੁਥਰਾ ਮਾਹੌਲ ਸੀ। ਔਨ ਦਾ ਅਦਰ ਸਾਈਡ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਵੀਡੀਓਜ਼ ਦੇਖਣ ਨੂੰ ਮਿਲੀਆਂ, ਜਿੱਥੇ ਯੰਗ, ਹੁਣ ਆਪਾਂ ਲੇਬਲ ਨਹੀਂ ਕਰ ਸਕਦੇ ਕਿ ਉਹ ਸਟੂਡੈਂਟ ਹੈ ਕਿ ਕੌਣ ਆ, ਯੰਗ ਮੁੰਡੇ ਜਾਂ ਫਿਰ ਕੁੜੀਆਂ ਇੱਕ ਦੂਜੇ ਨਾਲ ਲੜਦੇ, ਤਲਵਾਰਾਂ ਚਲਾਉਂਦੇ, ਕੁੱਟਦੇ, ਗੱਡੀਆਂ ਘਮਾਉਂਦੇ ਦੇਖੇ ਗਏ, ਹਨਾ। ਉਹ ਵੀਡੀਓਜ਼ ਨੇ ਪੂਰੀ ਕਮਿਊਨਿਟੀ ਨੂੰ ਅਫੈਕਟ ਕੀਤਾ ਤੇ ਉਹ ਇੱਕ ਬੋਲਣ ਦਾ ਵੀ ਮੌਕਾ ਮਿਲਿਆ ਸਭ ਨੂੰ, ਹਨਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ, ਤੁਸੀਂ ਵੀ ਇਸੇ ਤਰ੍ਹਾਂ ਦੇ ਬॉयਜ਼ ਦੇ ਸਰਕਲ ਦੇ ਵਿੱਚ ਰਹਿੰਦੇ ਹੋ, ਜਿੱਥੇ ਕੀ ਤੁਸੀਂ ਵੀ ਕਦੇ ਦੇਖਿਆ ਆ ਕਿ ਨਾਲ ਦੇ ਮੁੰਡੇ ਜਾਂ ਕੁੜੀਆਂ ਇਹੋ ਜਿਹੇ ਗਲਤ ਕੰਮਾਂ ਕਰਕੇ ਪੂਰੀ ਕਮਿਊਨਿਟੀ ਦਾ ਨਾਮ ਖਰਾਬ ਕਰ ਰਹੇ ਆ, ਜਾਂ ਫਿਰ ਤੁਹਾਨੂੰ ਇਹ ਲੱਗਦਾ ਕਿ ਉਹ ਬਹੁਤ ਥੋੜੇ ਨੇ ਤੇ ਪਰ ਅਸੀਂ ਵੀ ਉਹਨਾਂ ਕਰਕੇ ਇਫੈਕਟ ਹੋ ਰਹੇ ਹਾਂ? ਬਿਲਕੁਲ ਜੀ, ਬਹੁਤ ਵਧੀਆ ਸਵਾਲ ਆ ਤੁਹਾਡਾ ਇਹ।
ਤੇ ਇਹਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਜਿੱਥੇ ਤੱਕ ਆਪਾਂ ਨਹੀਂ ਗੱਲ ਕਰੀਏ ਕਿ ਜਿਹੜਾ ਮਾਹੌਲ ਖਰਾਬ ਹੋਇਆ ਕੈਨੇਡਾ ਦਾ, ਜੇ ਆਪਾਂ ਆਹ ਗੱਲ ਕਰੀਏ ਕਿ ਜੇ ਸਟੂਡੈਂਟਾਂ ਨੇ ਗੰਦ ਪਾਇਆ ਆ ਜਾਂ ਸਟੂਡੈਂਟ ਜਿਹੜੇ ਹੈਗੇ ਮਾਹੌਲ ਖਰਾਬ ਕਰਦੇ ਆ, ਮੈਂ ਕਹੂੰਗਾ ਇਹ ਵੀ ਪ੍ਰੋਬੇਬਿਲਿਟੀ, ਇਹਦੀ ਵੀ ਚਾਂਸਸ ਬਹੁਤ ਘੱਟ ਆ, ਬਿਕੋਜ਼ ਜਿਹੜਾ ਬੰਦਾ ਇੰਨੀਆਂ ਰਿਸਪੌਂਸਿਬਿਲਿਟੀਜ਼ ਨਿਭਾਉਂਦਾ ਉਹਦੇ ਕੋਲ ਬੇਸਿਕਲੀ ਟਾਈਮ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਲਈ ਕਰਨ ਲਈ। ਉਹ ਬੰਦਾ ਡਰਦਾ ਕਿ ਮੈਂ ਡਿਪੋਰਟ ਨਾ ਹੋ ਜਾ ਜਾਂ ਇਹਨਾਂ ਚੀਜ਼ਾਂ 'ਚ ਨਾ ਪਾਵਾਂ, ਚਾਹ ਕੇ ਵੀ ਨਹੀਂ ਪੈ ਸਕਦਾ ਮੇਰੇ ਵਰਗਾ ਬੰਦਾ ਇਹਨਾਂ ਚੀਜ਼ਾਂ 'ਚ। ਤਾਂ ਮੈਂ ਕਹੂੰਗਾ ਇਹ ਵੀ 100 ਦੇ ਵਿੱਚੋਂ 10% ਹੀ ਜਿਹੜੇ ਖਰਾਬ ਕਰਦੇ ਆ। ਇਹ ਗੱਲ ਆਪਾਂ ਹਮੇਸ਼ਾ ਸੁਣੀ ਹੋਈ ਹੁੰਦੀ ਹੈ ਕਿ ਹਮੇਸ਼ਾ ਜਿੱਥੇ ਵੀ ਚਲ ਜਾਓ ਹਮੇਸ਼ਾ ਕੁਛ ਨਾ ਕੁਛ ਤਾਂ ਖਰਾਬ ਹੁੰਦਾ, ਮਤਲਬ ਖਰਾਬ ਮਛਲੀ ਹੁੰਦੀ ਹੈ ਹਨਾ ਜੀ ਓਸ਼ਨ ਦੇ ਵਿੱਚ, ਤੇ ਇਹਦੇ ਕਾਰਨ ਕੋਈ ਥੋੜੇ ਬਹੁਤ ਹੋਰ ਤੇ ਇਫੈਕਟ ਪੈ ਜਾਂਦਾ। ਤੇ ਮੈਂ ਕਹੂੰਗਾ ਕਿ ਹਰ ਕਾਲਜ ਦੇ ਵਿੱਚ ਕਿਤੇ ਨਾ ਕਿਤੇ 2-3 ਜਣੇ ਇਹੋ ਜਿਹੇ ਹੁੰਦੇ ਹੀ ਆ, ਕਿਤੇ ਵੀ ਚਲ ਜਾਓਗੇ। ਕੈਨੇਡਾ ਦੀ ਮੈਂ ਗੱਲ ਨਹੀਂ ਕਰਦਾ, ਇੰਡੀਆ ਚਲ ਜਾਓ ਜਾਂ ਕਿਸੇ ਹੋਰ ਵੀ ਕੰਟਰੀ 'ਚ ਚਲ ਜਾਓ, ਜਿੱਥੇ ਜਿੰਨੇ ਲੋਕ ਆਣਗੇ ਆਪਾਂ ਐਕਸਪੈਕਟ ਕਰ ਹੀ ਨਹੀਂ ਸਕਦੇ ਕਿ ਸਾਰੇ ਜਣੇ ਸਹੀ ਹੋਣਗੇ। ਉਹਦੇ ਵਿੱਚ ਹਰ ਤਰੀਕੇ ਮੈਂਟੈਲਿਟੀ ਦਾ ਬੰਦਾ ਹੁੰਦਾ, ਨੌਨ ਸੀਰੀਅਸ ਵੀ ਹੁੰਦੇ ਆ, ਜਿਹਦੇ ਕਰਕੇ ਕਿ ਉਹਨਾਂ ਨੂੰ ਇੰਨਾ ਸਰਕਮਸਟੈਂਸਿਸ ਦਾ ਇੰਨਾ ਲੌਂਗ ਉਹਨਾਂ ਦਾ ਨਹੀਂ ਹੁੰਦਾ ਵਿਊ, ਉਹਨਾਂ ਤੋਂ ਗਲਤੀਆਂ ਹੋ ਜਾਂਦੀਆਂ। ਤੇ ਪਰ ਮੈਂ ਇਹਨਾਂ ਚੀਜ਼ਾਂ ਵਾਸਤੇ ਕਹੂੰਗਾ ਇੰਡੀਆ, ਜਿਵੇਂ ਹੁਣ ਇੱਥੇ ਦੇ ਲੋਕ ਜਿਵੇਂ ਹੇਟ ਕਰਦੇ ਇਹਨਾਂ ਚੀਜ਼ਾਂ ਨੂੰ, ਠੀਕ ਹੈ ਗਾਲ ਕੱਢਣੀ ਕਿਸੇ ਨੂੰ ਬਹੁਤ ਸੌਖੀ ਆ, ਪਰ ਇਹ ਗਾਲ ਕੱਢਣਾ ਕਦੇ ਵੀ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ। ਇਹਨਾਂ ਸਿਰਫ ਔਰ ਸਿਰਫ ਕਮਿਊਨਿਟੀ 'ਚ ਹੇਟ ਵੱਧਦੀ ਆ, ਠੀਕ ਹੈ। ਤੇ ਇੱਥੇ ਆਪਾਂ ਜਿਵੇਂ ਪੰਜਾਬੀ ਆਏ ਆ ਇੰਨੀ ਕੰਟਰੀਜ਼, ਆਪਣੇ ਮੈਂ ਕਹੂੰਗਾ ਫੋਰ ਫਾਦਰ, ਜਿਵੇਂ ਆਪਣੇ ਜਿਹੜੀਆਂ 3 ਪੀੜ੍ਹੀਆਂ ਪਹਿਲਾਂ ਆਈਆਂ ਸੀ, ਸਟਰਗਲ ਉਹਨਾਂ ਨੇ ਕਿੰਨਾ ਕੀਤਾ ਸੀਗਾ। ਹੁਣ ਅੱਜ ਦੇ ਟਾਈਮ 'ਚ ਆਪਣੇ ਕੋਈ ਇੱਥੇ ਰੈਕੋਗਨਾਈਜੇਸ਼ਨ ਹੈਗੀ, ਆਪਣੇ ਨਿਸ਼ਾਨ ਝੂਲਦੇ, ਆਪਣੇ ਗੁਰਦੁਆਰੇ ਆ, ਗੋਰੇ ਆਪਾਂ ਨੂੰ ਜਾਣਦੇ ਆ। ਤੇ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਹੀ ਇੱਕ ਦੂਜੇ ਨੂੰ ਹੇਟ ਕਰਾਂਗੇ ਤਾਂ ਫਿਰ ਤਾਂ ਆਪਣੀ ਕਮਿਊਨਿਟੀ ਤਾਂ ਡਾਊਨਗ੍ਰੇਡ ਹੋ ਰਹੀ ਆ। ਆਪਾਂ ਤਾਂ ਵਿਦੇਸ਼ਾਂ ਦੇ ਵਿੱਚ ਵੀ ਝੰਡੇ ਚਲਾਏ ਆ, ਆਪਾਂ ਤਾਂ ਇਹਨਾਂ ਨੂੰ ਹੋਰ ਉੱਤੇ ਕਰਨਾ। ਤੇ ਜਿਹੜੇ ਮੇਰੀ ਰਿਕੁਐਸਟ ਆ ਕਿ ਜਿਹੜੇ ਆਪਣੇ ਪਹਿਲਾਂ ਦੇ ਲੋਕੀ ਆਏ ਹੋਏ ਆ ਜਿਨ੍ਹਾਂ ਦਾ ਠੀਕ ਆ, ਤੇ ਇੱਥੇ ਜਦੋਂ ਸਟੂਡੈਂਟ ਆਉਂਦਾ ਤੇ ਬਹੁਤ ਜ਼ਿਆਦਾ ਪਹਿਲਾਂ ਹੀ ਰਿਸਪੌਂਸਿਬਿਲਿਟੀਜ਼ ਹੁੰਦੀਆਂ। ਮੰਨ ਲਓ ਜੇ ਹੁਣ ਤੁਹਾਡੇ ਆਪਣੇ ਬੱਚੇ ਤੋਂ ਕਿਹੜਾ ਕੋਈ ਗਲਤੀਆਂ ਨਹੀਂ ਹੁੰਦੀਆਂ, ਜਿਹੜੇ ਇੱਥੇ ਵੀ ਹੁੰਦੇ ਆ ਉਹਨਾਂ ਤੋਂ ਵੀ ਤਾਂ ਕੋਈ ਨਾ ਕੋਈ ਗਲਤੀਆਂ ਹੋਈ ਜਾਂਦੀਆਂ ਆਪਦੇ ਬੱਚੇ ਤੋਂ। ਜੇ ਹੁਣ ਇੰਡੀਆ ਕੋਈ ਬੈਠੇ ਆ, ਇੰਡੀਆ ਵੀ ਤਾਂ ਆਪਣੇ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਹੀ ਆ, ਕੋਈ ਲੜਾਈ ਹੋ ਗਈ ਜਾਂ ਕੁਛ ਹੋ ਗਿਆ, ਉਹ ਕਿਹੜਾ ਆਪਾਂ ਦੇਖਦੇ, ਇੰਡੀਆ ਵੀ ਹੁੰਦੀਆਂ ਸੀ ਇਹ ਚੀਜ਼ਾਂ। ਤੇ ਜੇ ਕਿਤੇ ਨਾ ਕਿਤੇ ਕਿਸੇ ਬੱਚੇ ਤੋਂ ਗਲਤੀ ਇੱਥੇ ਹੋ ਜਾਂਦੀ ਆ, ਰੈਦਰ ਦੈਨ ਕਿ ਉਹਨੂੰ ਸਿਰਫ ਤੁਸੀਂ ਟਿਕਟੋਕ ਅੱਜ ਕੱਲ ਬਹੁਤ ਵਾਇਰਲ ਹੋ ਗਿਆ ਕਿ ਚੱਕ ਕੇ ਵੀਡੀਓ ਪਾਤੀ, ਆ ਦੇਖੋ ਜੀ ਇਹਨਾਂ ਨੇ ਗੰਦ ਪਾਇਆ ਹੈ, ਠੀਕ ਹੈ। ਉਹ ਚੀਜ਼ ਇੱਕ ਤੁਹਾਡੀ ਵੀਡੀਓ ਦਾ ਅਸਰ ਉਹ ਪੂਰੇ 올 ਓਵਰ ਕੈਨੇਡਾ ਇੰਡੀਆ ਘੁੰਮਦੀ, ਉਹ ਤਾਂ ਕਿੱਥੇ ਕਿੱਥੇ ਤੱਕ ਅਸਰ ਪੈਂਦਾ, ਠੀਕ ਹੈ ਜੀ। ਇੱਕ ਫਾਈਟ ਹੋਈ ਜਾਂ ਕੁਛ ਵੀ ਹੋਈ, ਰੈਦਰ ਦੈਨ ਤੁਸੀਂ ਉਹਨਾਂ ਦੇ ਬੋਲੋ, ਤੁਸੀਂ ਉਹਨਾਂ ਨੂੰ ਸਮਝਾਓ ਆਪਦੇ ਬੱਚਿਆਂ ਵਾਂਗੂ। ਮੈਂ ਪੂਰਾ ਸਮਝਦਾ ਕਿਉਂਕਿ ਇੱਥੇ ਇੰਨੀ ਦੂਰ ਬੈਠੇ ਆ, ਜੇ ਕੋਈ ਬੰਦਾ ਪੁੱਤ ਕਹਿ ਕੇ ਵੀ ਕਹਿ ਦੇ ਨਾ, ਪੁੱਤ ਕਹਿ ਕੇ ਵੀ ਬੁਲਾ ਦੇਵੇ ਤਾਂ ਅੱਖਾਂ 'ਚ ਰੋਣਾ ਆ ਜਾਂਦਾ ਕਿ ਹਨਾ ਯਾਰ, ਮਤਲਬ ਬਹੁਤ ਵਧੀਆ ਲੱਗਦਾ। ਤੇ ਬੰਦੇ ਜ਼ਰੂਰ ਸੁਣਦੇ ਆ ਗੱਲ ਨੂੰ ਕਿ ਉਹਨਾਂ ਨੂੰ ਸਮਝਾਉਣਾ ਚਾਹੀਦਾ। ਇਸ ਉਮਰ ਦੇ ਵਿੱਚ ਗਲਤੀਆਂ ਹਰੇਕ ਤੋਂ ਹੋ ਜਾਂਦੀਆਂ, ਯੰਗ ਬਲੱਡ ਆ ਤੇ ਖੂਨ ਖੋਲ ਜਾਂਦਾ। ਕਦੇ ਕਿਸੇ ਨੇ ਕੁਝ ਇੰਡੀਆ ਓਏ ਨਹੀਂ ਸੁਣਿਆ ਹੁੰਦਾ, ਇੱਥੇ ਚਲੋ ਠੀਕ ਹੈ ਹੁੱਡ ਦੇ ਵਿੱਚ ਗੱਲਾਂ ਹੋ ਜਾਂਦੀਆਂ, ਪਰ ਉਹਨਾਂ ਨੂੰ ਸਮਝਾਉਣਾ ਚਾਹੀਦਾ, ਪ੍ਰੋਪਰ ਗਾਈਡੈਂਸ ਦੇਣੀ ਚਾਹੀਦੀ ਆ। ਜੇ ਤੁਸੀਂ ਉਹਨਾਂ ਨੂੰ ਮੈਂਟਰਸ਼ਿਪ ਕਰ ਸਕਦੇ ਆ ਤੁਹਾਡੇ ਕੋਲ, ਕਿਉਂਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਗੋ ਥਰੂ ਹੋਏ ਆ, ਤੁਸੀਂ ਵੀ ਇਹਨਾਂ ਚੀਜ਼ਾਂ ਤੋਂ ਆਏ, ਠੀਕ ਹੈ ਜੀ। ਤੇ ਜੇ ਤੁਸੀਂ ਉਹਨਾਂ ਨੂੰ ਸਮਝਾਓਗੇ ਉਹ ਅੱਗੇ ਤੋਂ ਨਹੀਂ ਕਰਨਗੇ, ਉਹਨਾਂ ਨੂੰ ਪਤਾ ਲੱਗ ਜੂਗਾ ਤੇ ਆਪਣੇ ਆਪ ਇਹ ਚੀਜ਼ਾਂ ਸਾਰੀਆਂ ਕੰਟਰੋਲ 'ਚ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਬੈਟਰ ਆਪਸ਼ਨ ਤਾਂ ਇਹਦਾ ਆਹੀ ਆ, ਰੈਦਰ ਦੈਨ ਸਪਰੈਡਿੰਗ ਹੇਟ ਵੀ ਸ਼ੁੱਡ ਸਪਰੈਡ ਲਵ ਇਨ ਆਵਰ ਕਮਿਊਨਿਟੀ। ਤੇ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਘੱਟ ਹੋ ਜਾਣਗੀਆਂ। ਤੇ ਵੈਸੇ ਵੀ ਇਹ ਘੱਟ ਹੈਗੀਆਂ। ਇਹ ਵਾਇਰਲ ਤਾਂ ਕਿਉਂ ਹੁੰਦੀਆਂ? ਕਿਉਂਕਿ ਇਹ ਬੜੇ ਸੈਂਸਿਟਿਵ ਮੁੱਦੇ ਆ, ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਤਰਨ, ਇਹ ਇੱਕ ਸਾਈਡਡ ਜਿਹੜੀ ਗੱਲ ਹੈਗੀ ਆ ਹਨਾ, ਤੁਹਾਡਾ ਮੈਸੇਜ ਬਹੁਤ ਵਧੀਆ ਸੀ, ਪਰ ਔਨ ਦਾ ਅਦਰ ਹੈਂਡ ਮੈਂ ਦੇਖਿਆ ਆ ਕਿ ਜਿਹੜੇ ਲੋਕ ਹੈਲਪ ਵੀ ਕਰਦੇ ਆ ਨਾ, ਉਹਨਾਂ ਨੂੰ ਵੀ ਨਾ ਇਸ ਨਿਗਾਹ ਨਾਲ ਦੇਖਿਆ ਜਾਂਦਾ ਹੈ ਕਿ ਇਹ ਸਾਡੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਫਿਰ ਇਹ ਆਪਣੇ ਆਪ ਨੂੰ ਸਿਆਣਾ ਸਮਝ ਕੇ ਸਾਨੂੰ, ਮੈਂ ਥੋੜੀ ਜਿਹੀ ਦੇਸੀ ਭਾਸ਼ਾ 'ਚ ਜੇ ਕਹਾਂ ਕਿ ਸਾਨੂੰ ਮੱਤਾਂ ਦੇਣ ਦੀ ਲੋੜ ਨਹੀਂ, ਅਸੀਂ ਪਹਿਲਾਂ ਹੀ ਬਹੁਤ ਸਿਆਣੇ ਆ, ਹੈ ਨਾ। ਤੁਸੀਂ ਉਹਨਾਂ ਸਟੂਡੈਂਟ ਜਾਂ ਨਿਊ ਕਮਰਸ ਦੇ ਲਈ ਕੀ ਕਹਿਣਾ ਚਾਹੋਗੇ ਜਿਹੜੇ ਸੁਣਦੇ ਹੀ ਨਹੀਂ, ਜੇ ਉਹਨਾਂ ਨੂੰ ਕੋਈ ਚੰਗੀ ਸਲਾਹ ਦੇਵੇ ਵੀ ਤਾਂ? ਨਹੀਂ, ਇਹ ਵੀ ਤੁਹਾਡੀ ਸਹੀ ਗੱਲ ਆ ਕਿ ਜਿਵੇਂ ਕੁਝ ਸਟੂਡੈਂਟ ਹੁੰਦੇ ਵੀ ਆ ਜਿਹੜੇ ਕਹਿੰਦੇ ਨਹੀਂ ਅਸੀਂ ਸਹੀ ਆ, ਹਨਾ ਜੀ ਅਸੀਂ ਸਹੀ ਕਰ ਰਹੇ ਆ। ਮੈਂ ਕਹੂੰਗਾ ਜੇ ਤਾਂ ਤੁਹਾਨੂੰ ਕੋਈ, ਤੁਸੀਂ ਲੱਕੀ ਹੋ ਜੇ ਤੁਹਾਨੂੰ ਕੋਈ ਸਲਾਹ ਦੇ ਰਿਹਾ ਵੱਡਾ, ਜੇ ਕੋਈ ਤੁਹਾਡੇ ਤੇ ਟਾਈਮ ਸਪੈਂਡ ਕਰਨੀ, ਤਾਂ ਕਿਸੇ ਕੋਲ ਇੰਨਾ ਟਾਈਮ ਨਹੀਂ, ਕੋਈ ਲੋਕਾਂ ਕੋਲ ਆਪਦੇ ਬੱਚਿਆਂ ਨਾਲ ਟਾਈਮ ਹੈਗਾ ਸਪੈਂਡ ਕਰਨ ਲਈ, ਤੁਹਾਡੇ ਤੇ ਕਿਉਂ ਮੱਥਾ ਮਾਰੂਗਾ। ਜੇ ਤੁਹਾਨੂੰ ਕੋਈ ਕਹਿ ਰਿਹਾ, ਪਲੀਜ਼ ਆਪਦੀ ਈਗੋ ਡਾਊਨ ਰੱਖੋ। ਇੱਥੇ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੂੰ ਐ ਲੱਗਦਾ ਅਸੀਂ ਕੈਨੇਡਾ ਆ ਗਏ, ਪਤਾ ਨਹੀਂ ਅਸੀਂ ਕੀ ਅਚੀਵ ਕਰ ਲਿਆ। ਦਿਸ ਇਜ਼ ਨੋਟ ਅਚੀਵਮੈਂਟ ਲਾਈਕ ਯੂ ਕਮ ਇਨ ਕੈਨੇਡਾ, ਲਾਈਕ ਦਿਸ ਇਜ਼ ਲਾਈਕ ਜਸਟ ਪਾਥ, ਲਾਈਕ ਯੂ ਗਾਈਜ਼ ਹੈਵ ਜਸਟ ਸਟਾਰਟਡ। ਤਾਂ ਕਰਕੇ ਬਹੁਤ ਕੁਝ ਸਿੱਖਣਾ, ਜਿੱਥੋਂ ਵੀ ਸਿੱਖਣ ਨੂੰ ਮਿਲਦਾ, ਵੱਡਿਆਂ ਤੋਂ, ਆਪਦੇ ਪੀਅਰ ਤੋਂ, ਆਪਦੇ ਕਿਤੋਂ ਵੀ ਜਿੱਥੇ ਤੁਸੀਂ ਕੰਮ ਕਰਦੇ ਹੋ। ਈਵਨ ਕਿ ਹਰੇਕ ਨੈਗੇਟਿਵ ਬੰਦੇ ਜੇ ਕੋਈ ਗਾਲ ਵੀ ਕੱਢ ਕੇ ਗਿਆ ਤੁਹਾਨੂੰ, ਜੇ ਕਿਸੇ ਬੰਦੇ ਨਹੀਂ ਵੀ ਬਣਦੀ, ਉਹ ਉਸ ਬੰਦੇ ਦੇ ਵਿੱਚ ਵੀ ਕੁਛ ਨਾ ਕੁਛ ਸਿੱਖਣ ਨੂੰ ਹੋਊਗਾ ਤੁਹਾਡੇ ਕੋਲੋਂ। ਜੇ ਤੁਹਾਨੂੰ ਕਿਸੇ ਨੇ ਕੁਛ ਮਾੜਾ ਵੀ ਕਿਹਾ, ਐਕਸਪੀਰੀਅੰਸ ਹੀ ਦੇ ਕੇ ਗਿਆ ਤੁਹਾਨੂੰ, ਹਨਾ,
ਕਿ ਕੁਛ ਨਾ ਕੁਛ। ਤਾਂ ਕਰਕੇ ਸਟੂਡੈਂਟ ਨੂੰ ਵੀ ਚਾਹੀਦਾ ਕਿ ਜਿਹੜੇ ਜੇ ਤੁਹਾਡੀ ਗਲਤੀ ਹੈ ਪਲੀਜ਼ ਉਹਨੂੰ ਐਕਸੈਪਟ ਕਰੋ, ਜੀ ਠੀਕ ਹੈ। ਸੌਰੀ ਕਹਿਣ 'ਚ ਕਿਸੇ ਦਾ ਕੁਛ ਨਹੀਂ ਜਾਂਦਾ, ਤਾਂ ਪਲੀਜ਼ ਉਸ ਚੀਜ਼ ਨੂੰ ਅੱਗੇ ਤੋਂ ਨਾ ਉਹ ਰਿਪੀਟ ਕਰੋ। ਗਲਤੀ ਹੋ ਗਈ ਦੈਟਸ ਇਟ, ਛੱਡੋ, ਬਿਕੋਜ਼ ਤੁਸੀਂ ਸਿੱਖ ਸਕਦੇ ਹੋ ਹਰੇਕ ਚੀਜ਼ ਤੋਂ, ਤੇ ਮੋਸਟਲੀ ਸਿੱਖ ਜਾਂਦੇ ਆ ਇੱਕ ਵਾਰ ਗਲਤੀ ਕਰਨ ਤੋਂ ਬਾਅਦ। ਜੀ ਤਾਂ ਪਲੀਜ਼ ਸੁਣਨੀ ਚਾਹੀਦੀ ਵੱਡਿਆਂ ਦੀ, ਤੁਸੀਂ ਲੱਕੀ ਹੋ ਜੇ ਤੁਹਾਨੂੰ ਕੋਈ ਕੁਝ ਕਹਿ ਰਿਹਾ ਤਾਂ। ਜੀ ਤੇ ਲਾਸਟ ਕੁਐਸਚਨ ਨਾ ਮੇਰਾ ਹੁਣ ਹੈਗਾ ਵੇਜਸ ਨੂੰ ਲੈ ਕੇ। ਇੱਥੇ ਇਹ ਵੀ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕਿ ਫ੍ਰੀ ਕੰਮ ਕਰਵਾ ਕੇ ਬਾਅਦ ਚੋਂ ਪੈਸੇ ਨਹੀਂ ਦਿੱਤੇ ਜਾਂਦੇ, ਹੈਨਾ, ਜਾਂ ਫਿਰ ਫ੍ਰੀ ਟ੍ਰੇਨਿੰਗ ਦੇ ਨਾਮ ਤੇ 4-4 ਹਫ਼ਤੇ 3-3 ਹਫ਼ਤੇ ਟ੍ਰੇਨਿੰਗ ਕਰਾਈ ਜਾਂਦੀ ਆ, ਹੈਨਾ, ਜਾਂ ਫਿਰ ਐਜ਼ ਨੋਇੰਗ ਕਿ ਇੰਟਰਨੈਸ਼ਨਲ ਸਟੂਡੈਂਟ ਦੀਆਂ ਕਲਾਸਾਂ ਥੋੜਾ ਸਕੇਡਿਊਲ ਵੀ ਹੁੰਦਾ, ਹਨਾ, ਕਿ 3 ਦਿਨ ਤੁਹਾਡਾ ਕਿਹੜੇ ਦਿਨ ਕਲਾਸ ਲੱਗਣੀ ਹੈ, ਤੁਹਾਡੇ ਕੋਲ ਇੱਕ ਜਿਹੜਾ ਫ੍ਰੀ ਟਾਈਮ ਹੈ ਨਾ ਉਹ ਇੱਕਸਾਰ ਨਹੀਂ ਹੈਗਾ, ਉਹ ਬੜਾ ਵੰਡਿਆ ਹੋਇਆ ਥੋੜਾ ਥੋੜਾ ਕਰਕੇ। ਨੋਇੰਗ ਦੈਟ ਫਿਰ ਵੀ ਉਹਨਾਂ ਨੂੰ ਪ੍ਰੈਸ਼ਰ ਪਾਇਆ ਜਾਂਦਾ ਉਹਨਾਂ ਤੇ ਕਿ ਜੇ ਤੁਸੀਂ ਕੰਮ ਕਰਨਾ ਤਾਂ ਤੁਹਾਨੂੰ ਇਸੇ ਤੇ ਕਰਨਾ ਪੈਣਾ, ਨਹੀਂ ਤਾਂ ਤੁਰਦੇ ਬਣੋ, ਨਹੀਂ ਤਾਂ ਆਪਣਾ ਛੱਡੋ, ਹਨਾ। ਸੋ ਇਹ ਸਾਰੀਆਂ ਪ੍ਰੋਬਲਮਸ ਵੀ ਕਿਤੇ ਨਾ ਕਿਤੇ ਵੇਖੀਆਂ ਗਈਆਂ। ਹਾਲਾਂਕਿ ਔਨ ਦਾ ਅਦਰ ਹੈਂਡ ਬਹੁਤ ਲੋਕ ਸਮਝਦੇ ਵੀ ਆ ਕਿ ਹਾਂਜੀ ਚਲੋ ਕੋਈ ਗੱਲ ਨਹੀਂ, ਜੇ 2 ਦਿਨ ਵਿਹਲੇ ਹੈਗੇ 2 ਦਿਨ ਕੰਮ ਕਰ ਲਓ, ਬਾਲਾ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਕੀ ਕਹਿਣਾ ਚਾਹੋਗੇ ਕਿ ਜਾਣ ਬੁੱਝ ਕੇ ਵੀ ਕਈ ਲੋਕ ਤੰਗ ਕਰ ਰਹੇ ਨੇ ਇਸ ਟਾਈਮ ਵੇਜਸ ਨੂੰ ਸਪੈਸ਼ਲੀ ਲੈ ਕੇ ਜੇ ਗੱਲ ਕਰਾਂ ਤਾਂ ਮੈਂ। ਹਾਂਜੀ, ਇਹ ਬਹੁਤ ਸਹੀ ਗੱਲ ਹੈ ਜੀ ਇਹ, ਕਿ ਜਿਹੜੇ ਵੀ EMPLOYERS ਆ ਕਿ ਕਈ ਵਾਰੀ ਐਕਸਪਲੋਇਟ ਹੁੰਦਾ ਆ ਜਿਹੜਾ ਬੰਦਾ ਕੰਮ ਕਰਦਾ ਆ, ਇਹ ਆਪਾਂ ਕਾਫੀ ਦੇਖਿਆ। ਤੇ ਮੋਸਟਲੀ ਮੈਂ ਕਹੂੰਗਾ ਹਰ ਦੂਜੇ ਬੰਦੇ ਨਾਲ ਉਹਨੂੰ ਕੋਈ ਨਾ ਕੋਈ ਐਕਸਪੀਰੀਅੰਸ ਹੋਇਆ ਹੁੰਦਾ ਉਹਦੇ ਨਾਲ ਇਹੋ ਜਿਹਾ, ਕਿ ਬਹੁਤ ਸਾਰੇ ਇਹੋ ਜਿਹੇ ਆਪਣੇ ਦੇਸੀ ਵਰਕਰਸ ਹੈਗੇ ਆ ਜਿਹੜੇ ਕਿ ਬੰਦਿਆਂ ਦੀ ਆਪਾਂ ਸੁਣਿਆ ਕਿ ਪੇ ਮਾਰ ਲੈਂਦੇ ਆ, ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕ ਲੈਂਦੇ ਆ। ਬਟ ਜੇ ਹੁਣ ਇਦਾਂ ਹੋਣ ਲੱਗ ਗਿਆ ਤੇ ਤੁਸੀਂ ਵੀ ਆਪਦੇ ਬੱਚਿਆਂ ਵਾਂਗੂ ਸਮਝੋ ਨਾ ਉਹਨਾਂ ਨੂੰ, ਕਿ ਉਹ ਇੰਨੀ ਬੰਦੇ ਮਿਹਨਤ ਕਰ ਰਹੇ ਆ, ਹਨਾ, ਇੱਥੇ ਆਉਂਦੇ ਆ, ਐ ਤਾਂ ਹੈ ਨਹੀਂ ਕਿ ਉਹ ਵਿਚਾਰੇ ਕਿਤੇ ਤੁਹਾਡੇ ਕੋਲ ਆ ਕੇ ਵਿਹਲੇ ਰਹਿ ਕੇ ਤੁਹਾਨੂੰ ਪੇ ਮੰਗ ਰਹੇ, ਹਨਾ ਜੀ। ਤੇ ਉਹ ਜੇ ਇੰਨੀ ਮਿਹਨਤ ਕੀਤੀ ਹੁੰਦੀ ਉਹਨਾਂ ਨੇ, ਫਿਰ ਵੀ ਤੁਸੀਂ ਉਹਨਾਂ ਦੇ ਪੈਸੇ ਰੱਖਦੇ ਆ, ਤਾਂ ਕੋਈ ਵੀ ਉਹ 'ਚ ਚੰਗੀ ਗੱਲ ਨਹੀਂ ਗੀ, ਜੇ ਵਰਥ ਇਟ ਨਹੀਂ ਗੀ। ਤੇ ਇਹੋ ਜਿਹਾ ਆਪਾਂ ਬਹੁਤ ਆਮ ਹੀ ਦੇਖਦੇ ਆ, ਇੱਥੇ ਆਮ ਹੀ ਹੁੰਦਾ ਕੇਸਿਸ 'ਚ। ਹਰੇਕ ਬੰਦਾ ਹੀ ਇੱਥੇ ਲੋਕਾਂ ਦੀ ਮਹੀਨਾ ਪੇ ਰੱਖੀ ਵੀ ਜਾਂਦੀ, ਬੈਕ ਡੇਟ 'ਚ ਦਿੱਤੀ ਜਾਂਦੀ ਆ ਕਿ ਕੱਲ ਨੂੰ ਕਿਤੇ ਕੰਮ ਨਾ ਛੱਡ ਜੇ, ਅਸੀਂ ਇਹ ਮਹੀਨਾ ਰੱਖ ਲਾਂਗੇ, ਇਹਨੂੰ ਫੇਰ ਕੰਮ ਕਰਾਵਾਂਗੇ। ਤੇ ਜਿਵੇਂ ਹੁਣ ਫਲੈਕਸੀਬਲ ਸਕੈਡਿਊਲ ਨਹੀਂ ਹੁੰਦਾ ਸਟੂਡੈਂਟਸ ਦਾ, ਸ਼ਾਮ ਨੂੰ ਕੰਮ ਕਰ ਸਕਦਾ, ਕੋਈ ਰਾਤ ਨੂੰ ਕਰ ਸਕਦਾ, ਤੇ ਉਹਨਾਂ ਨੂੰ ਕੰਮ ਤੇ ਵੀ ਐਕਸਪਲੋਇਟ ਕੀਤਾ ਜਾਂਦਾ, ਲੋ ਵੇਜਸ ਦਿੱਤੇ ਜਾਂਦੇ ਆ ਐਜ਼ ਕੰਪੇਅਰ ਟੂ ਅਦਰ। ਤੇ ਜੇ ਆਪਾਂ ਗੱਲ ਕਰੀਏ ਕਿ ਹਨਾ ਜੀ ਜਿਹੜੇ ਬੱਚੇ ਕਰਦੇ ਸੀਗੇ ਕੈਸ਼ ਤੇ, ਬਹੁਤ ਆਪਣੇ ਦੇਸੀ EMPLOYERS ਕੋਲ ਕਰਦੇ ਹੀ ਆ। ਮੈਂ ਕਹੂੰਗਾ ਸਾਰੇ ਨਹੀਂ ਹੈਗੇ ਇਹੋ ਜਿਹੇ, ਮੈਂ ਜਿਨ੍ਹਾਂ ਨਾਲ ਕੰਮ ਕੀਤਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੇ ਉਹਨਾਂ EMPLOYERS ਵਧੀਆ ਸੀਗੇ। ਬਟ ਮੈਂ ਕਹੂੰਗਾ ਕਿ ਜਿਹੜੇ ਕਰਦੇ ਆ ਪਲੀਜ਼ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਤੁਹਾਡੇ ਗਾਂ ਬੱਚਿਆਂ ਵਰਗੇ ਹੀ ਆ। ਉਹ ਵੀ ਜੇ ਤੁਹਾਡਾ ਬਿਜ਼ਨਸ ਤੁਸੀਂ ਚਾਹੁੰਦੇ ਹੋ ਹਨਾ ਜੀ ਐਕਸਪੈਂਡ ਕਰੇ, ਉਹ ਪੇ ਮਾਰ ਕੇ ਤਾਂ ਕਦੇ ਵੀ ਨਹੀਂ ਹੋ ਸਕਦਾ। ਕਿ ਜੇ ਤੁਸੀਂ ਇੱਕ ਦੇਖੋ ਓਪਟੀਮਿਸਟਿਕ ਇੱਕ ਲੰਬੀ ਸੋਚ ਨਾਲ ਚੱਲੋ, ਜੇ ਤੁਹਾਡਾ EMPLOYER ਜਿਹੜੇ ਤੁਸੀਂ ਕੰਮ ਕਰ ਰਹੇ ਹੋ, ਜਿਹੜੇ ਤੁਹਾਡੇ ਹੈਗੇ EMPLOYEES, ਜੇ ਤੁਹਾਡੇ ਉਹ ਵਧੀਆ ਉਹ ਸਾਥ ਦੇਣਗੇ ਤਾਂ ਤੁਹਾਡਾ ਬਿਜ਼ਨਸ ਆਟੋਮੈਟਿਕਲੀ ਗਰੋ ਕਰੂਗਾ। ਮੈਂ ਕੁਛ ਇਹੋ ਜਿਹੇ ਬਿਜ਼ਨਸ ਦੇਖੇ ਆ ਜਿਨ੍ਹਾਂ ਨੇ 0 ਤੋਂ ਸਟਾਰਟ ਕੀਤਾ ਸੀਗਾ, ਠੀਕ ਹੈ ਜੀ, ਤੇ ਉਹਦੇ ਵਿੱਚ EMPLOYEE ਨੇ ਇੰਨੀ ਵਧੀਆ EMPLOYEE ਤੇ EMPLOYER ਦੀ ਬੌਂਡਿੰਗ ਸੀ। EMPLOYEES ਨੇ ਕਿਹਾ ਭਾਜੀ ਕੋਈ ਗੱਲ ਨਹੀਂ, 2 ਜਾਂ 3 ਮਹੀਨੇ ਸਾਡੀ ਪੇ ਬਾਅਦ 'ਚ ਦੇ ਦਿਓ, ਕੋਈ ਗੱਲ ਨਹੀਂ, ਤੁਸੀਂ ਆਹ ਕਰੋ। ਤੇ ਉਹ ਕੰਪਨੀਜ਼ ਅੱਜ ਐਡਮਿੰਟਨ 'ਚ ਕਾਫੀ ਐਸਟੈਬਲਿਸ਼ਡ ਆ। ਤਾਂ ਕਰਕੇ EMPLOYEES ਵੀ ਤੁਹਾਡੇ ਬੈਕਬੋਨ ਬਣ ਸਕਦੇ ਆ। ਤਾਂ ਕਰਕੇ ਇਹਨਾਂ ਨੂੰ ਪਲੀਜ਼ ਇਹਨਾਂ ਨੂੰ ਆਪਦੀ ਫੈਮਿਲੀ ਮੈਂਬਰ ਵਾਂਗੂ ਮੰਨ ਕੇ ਰੱਖੋ, ਕਿਉਂਕਿ ਇਹੀ ਹੈ ਜਿਨ੍ਹਾਂ ਨੇ ਸਿਰੋਂ ਤੁਹਾਡਾ ਕੰਮ ਚੱਲਦਾ। ਨਹੀਂ, ਬਿਲਕੁਲ ਤੁਸੀਂ ਠੀਕ ਕਿਹਾ, ਕਿਉਂਕਿ ਇੱਕ ਜਿਹੜਾ ਜੇਕਰ ਇੱਕ EMPLOYER ਤੇ EMPLOYEES ਦੇ ਵਿੱਚ ਆਪਸ ਦੇ ਵਿੱਚ ਇੱਕ ਚੰਗੀ ਬੌਂਡਿੰਗ ਹੈ ਨਾ, ਉਹ ਮਤਲਬ ਪੇ ਦੀ ਜਾਂ ਪੈਸੇ ਦੀ ਕਦੇ ਗੱਲ ਨਹੀਂ ਹੁੰਦੀ। ਇੱਕ ਮੈਨੂੰ ਲੱਗਦਾ ਟਰਾਂਸਪੇਰੈਂਸੀ ਹੋਣਾ ਤੇ ਇੱਕ ਤੁਹਾਡੀ ਅੰਡਰਸਟੈਂਡਿੰਗ ਹੋਣਾ ਇਜ਼ ਦਾ ਕੀ, ਹਨਾ, ਹਮੇਸ਼ਾ। ਤੇ ਐਟ ਲਾਸਟ ਸਮਾਂ ਬਹੁਤ ਥੋੜਾ ਰਹਿ ਗਿਆ, ਪਰ ਤੁਹਾਡੇ ਨਾਲ ਗੱਲਾਂ ਕਰਦੇ ਅੱਜ ਸਾਨੂੰ ਟਾਈਮ ਦਾ ਨਹੀਂ ਪਤਾ ਲੱਗਿਆ। ਐਂਡ ਆਈ ਐਮ ਵੈਰੀ ਸ਼ੋਰ ਕਿ ਸਾਡੇ ਲਿਸਨਰਸ ਨੂੰ ਅੱਜ ਦੀ ਗੱਲ ਬਹੁਤ ਪਸੰਦ ਆਈ ਹੋਣੀ ਆ। ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੀਆਂ ਜਿਹੜੀਆਂ ਵੀ ਪ੍ਰੋਬਲਮਸ ਨੇ। ਐਟ ਲਾਸਟ ਸਿਰਫ ਮੈਂ ਇਹੀ ਤੁਹਾਨੂੰ ਸਵਾਲ ਕਹਿ ਲਓ ਜਾਂ ਮੇਰੇ ਵੱਲੋਂ ਇੱਕ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਇਸ ਦੇਸ਼ ਦੇ ਵਿੱਚ ਆਏ ਹੋ, ਹੋਰ ਉਹਨਾਂ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੇ ਸੋਚ ਰਹੇ ਨੇ ਹਜੇ ਇੰਡੀਆ ਬੈਠੇ ਕਿ ਹਾਂਜੀ ਆਈਲੈਟਸ ਹੋ ਗਈ ਆ, ਹੁਣ ਕੈਨੇਡਾ ਪਹੁੰਚ ਜਾਣਾ ਹੈ, ਹੋਰ ਸਾਲ 6 ਮਹੀਨਿਆਂ ਤਾਈਂ ਜਾਣਾ ਆ, ਉਹਨਾਂ ਲਈ ਕੀ? ਕਿਉਂਕਿ ਤੁਹਾਡੀ ਵੀਡੀਓ ਜੋ ਹੁਣ ਆਪਾਂ ਸੋਸ਼ਲ ਮੀਡੀਆ ਤੇ ਸਾਂਝੀ ਕਰਾਂਗੇ ਤਾਂ ਬਹੁਤ ਲੋਕ ਇਹਨੂੰ ਦੇਖਣਗੇ, ਤਾਂ ਮੈਂ ਚਾਹੁੰਦੀ ਹਾਂ ਕਿ ਜਿਹੜੇ ਲੋਕ ਸੋਚ ਰਹੇ ਨੇ ਹਜੇ ਇੱਥੇ ਆਉਣ ਤੋਂ ਪਹਿਲਾਂ, ਕਿਹੜੀਆਂ ਚੀਜ਼ਾਂ ਨੇ ਜਿਹਦੇ ਬਾਰੇ ਉਹ ਸੋਚ ਕੇ ਆਪਣੇ ਧਿਆਨ ਦੇ ਵਿੱਚ ਰੱਖਦੇ ਹੋਏ, ਦਿਮਾਗ 'ਚ ਰੱਖਦੇ ਹੋਏ ਇੱਥੇ ਆਉਣ? ਮੈਂ ਕਹਿਣਾ ਚਾਹੂੰਗਾ ਇਹ ਇੱਕ ਕੋਈ ਛੋਟਾ ਸਟੈਪ ਨਹੀਂਗਾ ਕਿ ਹਨਾ ਜੀ ਚਲੋ ਆਪਾਂ ਨਾਨਕੇ ਜਾ ਰਹੇ ਚਲੋ ਕੈਨੇਡਾ ਚਲੀਏ। ਇਹ ਬਹੁਤ ਵੱਡਾ ਰਿਸਪੌਂਸਿਬਿਲਿਟੀ ਵਾਲਾ ਕੰਮ ਆ, ਬਹੁਤ ਵੱਡੀ ਰਿਸਪੌਂਸਿਬਿਲਿਟੀ ਸਿੱਧੇ ਤੁਹਾਡੇ ਮਤਲਬ ਸਿਰ ਤੇ ਪੈਂਦੀ ਆ ਕੇ। ਤਾਂ ਜਦੋਂ ਤੁਸੀਂ ਇੰਡੀਆ ਤੋਂ ਆਉਨੇ ਹੋ ਤੇ ਜਦੋਂ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਤਾਂ ਯੂ ਆਰ ਲਾਈਕ ਬਲਾਈਂਡ, ਲਾਈਕ ਹੁਣ ਕੀ ਕਰੀਏ। ਮੇਰੀ ਸਭ ਤੋਂ ਵੱਡੀ ਐਡਵਾਈਸ ਜਿਹੜੇ ਆਪਣੇ ਨਵੇਂ ਭੈਣ ਭਰਾ ਆਉਣਾ ਚਾਹੁੰਦੇ ਆ ਇੱਥੇ,
ਪਲੀਜ਼ ਗੈਟ ਰੈਡੀ। ਮਤਲਬ ਆਸਾਨ ਟਾਸਕ ਨਹੀਂਗਾ, ਭਾਵੇਂ ਜੇ ਤੁਹਾਡਾ ਕੋਈ ਇੱਥੇ ਹੈਗਾ ਵੀ ਆ ਉਹਦਾ ਵੀ ਕੋਈ ਐਦਾਂ ਨਹੀਂਗਾ ਕਿ ਸਾਨੂੰ ਸਾਰਾ ਕੁਝ ਸ਼ੋਅ ਕਰਨਗੇ, ਬਿਕੋਜ਼ ਐਵਰੀਬਾਡੀਜ਼ ਲਾਈਫ ਇਜ਼ ਵੈਰੀ ਬਿਜ਼ੀ ਹੇਅਰ। ਤਾਂ ਕਰਕੇ ਜੇ ਤੁਸੀਂ ਇੰਡੀਆ ਤੋਂ ਨਾ, ਮੇਰੀ ਸਲਾਹ ਘੱਟੋ ਘੱਟ 6 ਮਹੀਨੇ ਪਹਿਲਾਂ ਤੋਂ ਸਾਰੇ ਆਪਦੇ ਕੰਮ ਆਪ ਕਰਨ ਲੱਗ ਜਾਓ। ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਆਪਾਂ ਇੰਡੀਆ 'ਚ ਦੇਖਦੇ 18-19 ਸਾਲ ਦੇ ਜਵਾਕ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਕਿਵੇਂ ਸਾਰੀਆਂ ਚੀਜ਼ਾਂ ਵਰਕ ਕਰਦੀਆਂ। ਠੀਕ ਹੈ, ਰੋਟੀ ਪਾਣੀ ਦੀ ਗੱਲ ਤਾਂ ਉਹਦੀ ਛੱਡੋ, ਉਹਨੂੰ ਐਂ ਨਹੀਂ ਪਤਾ ਹੁੰਦਾ ਘਰੇ ਮਤਲਬ ਸਾਡੇ ਕੀ ਸਾਡਾ ਸਮਾਨ ਆਉਂਦਾ, ਕਿੰਨੇ ਦਾ ਆਉਂਦਾ, ਕਿੱਥੋਂ ਕੀ ਹੋ ਰਿਹਾ, ਸਾਰਾ ਕੁਝ। ਕਮਾਉਣ ਦੀ ਗੱਲ ਤਾਂ ਚਲੋ ਛੱਡੋ, ਦੂਰ ਦੀ ਕੰਮ ਨਹੀਂ ਕੀਤਾ ਹੁੰਦਾ। ਠੀਕ ਹੈ, ਮੇਨਲੀ ਬੇਸਿਕ ਨੌਲੇਜ ਵੀ ਨਹੀਂ ਹੈਗੀ, ਬੇਸਿਕ ਨੌਲੇਜ ਨਹੀਂ ਹੈਗੀ। ਤੇ 6 ਮਹੀਨੇ ਪਹਿਲਾਂ ਤੋਂ 6 ਮਹੀਨੇ ਪਹਿਲਾਂ ਤਾਂ ਆਪਦੇ ਸਾਰੇ ਕੰਮ ਆਪ ਕਰੋ। ਤੇ ਜਿੱਥੇ ਤੁਸੀਂ ਜਾਣਾ ਆ, ਠੀਕ ਆ, ਇੱਥੇ ਆਉਂਦੇ ਸਾਰ ਜਦੋਂ ਫਿਰ ਤੁਹਾਨੂੰ ਕੰਮ ਨਹੀਂ ਮਿਲਦਾ, ਤੁਸੀਂ ਆਪਦੇ ਇੰਡੀਆ ਤੋਂ ਹੀ ਰੈਜ਼ਿਊਮੇ ਵਗੈਰਾ ਵਧੀਆ ਤਿਆਰ ਕਰਕੇ ਆਓ। ਤੇ ਇੱਥੇ ਤੁਸੀਂ ਫਾਈਂਡ ਕਰੋ, ਇੰਡੀਡ ਸਾਰੇ ਥਾਂ ਚੱਲਦਾ। ਠੀਕ ਹੈ, ਇਹ ਫਾਈਂਡ ਕਰੋ ਕਿਹੜੇ ਇੰਪਲੋਇਰਸ ਹੈਗੇ ਆ, ਤਾਂ ਰੈਗੂਲਰਲੀ ਉੱਥੇ ਅਪਲਾਈ ਕਰਦੇ ਰਹੋ। ਜਿਹੜੇ ਤੁਹਾਨੂੰ ਆਉਂਦੇ ਸਾਰ, ਕਿਉਂਕਿ ਆਪਾਂ ਦੇਖੇ 4-4 ਮਹੀਨੇ ਲੋਕੀ ਇੱਥੇ ਫ੍ਰੀ ਰਹਿੰਦੇ ਆ, ਤੇ ਉਹਦੇ ਵਿੱਚ ਤੁਹਾਨੂੰ ਹੈਲਪ ਮਿਲੂਗੀ ਕੰਮ ਲੱਭਣ 'ਚ ਵੀ। ਆਪਦੇ ਕੰਟੈਕਟਸ ਬਣਾਓ ਜ਼ਿਆਦਾ ਤੋਂ ਜ਼ਿਆਦਾ। ਤੇ ਜੇ ਮੇਰੀ ਸਲਾਹ, ਜੇ ਤੁਸੀਂ ਵੇਟ ਕਰ ਸਕਦੇ ਇੰਡੀਆ ਤੋਂ ਆਪਦੀ ਬੈਚਲਰਸ ਪੂਰੀ ਕਰਕੇ ਆਓ, ਉਨੇ ਟਾਈਮ ਦੇ ਵਿੱਚ ਤੁਸੀਂ ਬਹੁਤ ਚੀਜ਼ਾਂ ਸਿੱਖ ਲੈਂਦੇ ਆ, ਤੁਸੀਂ ਇੱਕ ਹੋਰ ਰਿਸਪੌਂਸਿਬਲ ਬੰਦਾ ਬਣ ਜਾਂਦਾ। ਤੇ ਇੱਥੇ ਮੈਂ ਕਹੂੰਗਾ ਇੰਜੋਏ ਕਾਫੀ ਘੱਟ ਆ। ਜੇ ਤੁਸੀਂ ਐਜ਼ ਅ ਸੀਰੀਅਸ ਹੋ ਕੇ ਆਪਦੀ ਲਾਈਫ 'ਚ ਚੱਲਣਾ ਆ, ਇੱਥੇ ਦੇਖੋ ਕੀ ਆ, ਹੁਣ ਸ਼ੌਂਕ ਹੁੰਦੇ ਮੁੰਡੇ ਕੁੜੀਆਂ ਨੂੰ, ਚਲੋ ਫਿਰਨ ਦੇ, ਹਨਾ, ਆਪਦੀ ਲਾਈਫ ਇੰਜੋਏ ਕਰਦੇ। ਤੁਸੀਂ ਕੰਮ ਸਵੇਰੇ ਗਏ ਆ ਕਾਲਜ, ਸ਼ਾਮ ਨੂੰ ਕੰਮ ਤੇ ਆ ਗਏ ਆ, ਤੇ ਉਹੀ ਸਾਡਾ ਸ਼ਡਿਊਲ ਚੱਲਦਾ ਰਹਿੰਦਾ, ਜਿਸ 'ਚ ਕਿ ਤੁਹਾਨੂੰ ਲੱਗਦਾ ਯਾਰ ਬਹੁਤ ਬੋਰਿੰਗ ਆ, ਜਿਹੜਾ ਕਿ ਹੈ ਵੀ ਆ। ਐਜ਼ ਅ ਟਰੂ ਮੈਂ ਕਹਾਂ ਕਿ ਇੱਥੇ ਬੰਦੇ ਕਾਫੀ ਆਪਦੀ ਜ਼ਿੰਦਗੀ ਮੋਨੋਟੋਨਸ ਜੀ ਲੱਗਦੀ ਆ। ਤਾਂ ਆਪਦੀ ਜ਼ਿੰਦਗੀ ਨੂੰ ਇੰਜੋਏ ਕਰੋ, ਜ਼ਿਆਦਾ ਤੋਂ ਜ਼ਿਆਦਾ ਟਾਈਮ ਆਪਦੇ ਮਾਪਿਆਂ ਨਾਲ ਸਪੈਂਡ ਕਰੋ, ਉਹਨਾਂ ਨੂੰ ਪਿਆਰ ਕਰੋ, ਉਹਨਾਂ ਨੂੰ ਪਿਆਰ ਸ਼ੋਅ ਵੀ ਕਰੋ ਆਪਦਾ, ਜਿਹਨਾਂ ਚੀਜ਼ਾਂ 'ਚ ਅਸੀਂ ਬਹੁਤ ਲੈਕ ਕਰਦੇ ਹਾਂ, ਜਿਹੜੇ ਹੁਣ ਪੰਜਾਬੀ ਘਰਾਂ 'ਚ ਕਦੇ ਸ਼ੋਅ ਨਹੀਂ ਕੀਤਾ ਜਾਂਦਾ ਮਾਪਿਆਂ ਨੂੰ। ਠੀਕ ਹੈ, ਉਹਨਾਂ ਨਾਲ ਜ਼ਿਆਦਾ ਟਾਈਮ ਸਪੈਂਡ ਕਰੋ। ਤੇ ਆਪਦਾ, ਕਿਉਂਕਿ ਫਰੈਂਡ ਸਰਕਲ ਆ ਜਿਹੜੇ ਸਾਡੇ ਖਾਸ ਆ, ਉਹਨਾਂ ਨੂੰ, ਠੀਕ ਹੈ, ਫਰੈਂਡ ਇੱਥੇ ਆ ਕੇ ਹੋਰ ਬਣ ਜਾਣਗੇ, ਪਰ ਆਪਦੇ ਮਾਪਿਓ ਦੀ ਰਿਸਪੈਕਟ ਕਰੋ ਇੰਡੀਆ 'ਚ। ਤੇ ਉਹ ਚੀਜ਼ ਤੁਸੀਂ ਬਹੁਤ ਮਿਸ ਕਰੋਗੇ ਇੱਥੇ ਆ ਕੇ। ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਉਮੀਦ ਹੈ ਕਿ ਸਾਰਿਆਂ ਨੂੰ ਇਹ ਗੱਲਬਾਤ ਪਸੰਦ ਆਈ ਹੋਏਗੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਤਰਨ।